ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਮਨਜੋਤ ਸਿੰਘ। ਅੱਜ ਦਾ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸ਼ਰਧਾ ਨਾਲ ਮਨਾਇਆ ਬਾਬੇ ਨਾਨਕ ਦਾ ਵਿਆਹ ਪੁਰਬ, ਨਗਰ ਕੀਰਤਨ ਸਜਾਇਆ। ਦੋਹਰੇ ਸੰਵਿਧਾਨ ਮਾਮਲੇ ਸੁਖਬੀਰ ਸਿੰਘ ਬਾਦਲ ਨੇ ਹੁਸ਼ਿਆਰਪੁਰ ਅਦਾਲਤ 'ਚ ਭੁਗਤੀ ਪੇਸ਼ੀ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਦਾਅਵਾ 20 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ। ਸ਼੍ਰੀ ਨੰਦੇੜ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਮੁੜ ਚਾਲੂ। ਸੰਸਦ ਮੈਂਬਰ ਅਮਰ ਸਿੰਘ ਨੇ ਹਰੀ ਝੰਡੀ ਦਿਖਾਈ। ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ। ਹੁਣ ਇਹ ਖਬਰਾਂ ਵਿਸਤਾਰ 'ਚ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਬਟਾਲਾ ਤੇ ਸੁਲਤਾਨਪੁਰ ਲੋਧੀ 'ਚ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਿਤ ਬਟਾਲਾ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮਹਾਨ ਨਗਰ ਕੀਰਤਨ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ। ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਨਿਰੰਕਾਰ ਦੇ ਰੂਪ ਦੇ ਵਿੱਚ ਨਿਰੰਕਾਰ ਬਣ ਕੇ ਇਸ ਧਰਤੀ ਤੇ ਆਏ। ਜਿਸ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਉਸ ਵੇਲੇ ਇਸ ਧਰਤੀ ਤੇ ਤਪ ਕਰਨ ਵਾਲੇ ਬਹੁਤ ਮਹਾਬਲੀ ਅਤ ਮਹਾਬਲੀ ਬੈਠੇ ਸੀ। ਪਰ ਸਤਿਗੁਰਾਂ ਨੇ ਸਾਰੇ ਪਵਿੱਤਰ ਸਿਧਾਂਤ ਸਿੱਖ ਧਰਮ ਦੇ ਜਿਹੜੇ ਪੈੜਾਂ ਪਾਈਆਂ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਸਿੱਖਾਂ ਨੂੰ ਆਦੇਸ਼ ਕੀਤਾ ਕਿ ਤੂੰ ਗੁਰਸ਼ਬਦ ਨਾਲ ਜੁੜ ਕੇ ਪਵਿੱਤਰ ਅਕਾਲ ਪੁਰਖ ਦੀ ਆਰਾਧਨਾ ਕਰਨੀ। ਫਿਰ ਸਤਿਗੁਰੂ ਜੀ ਨੇ ਚਾਹੇ ਪੜ੍ਹਾਈ ਕੀਤੀ, ਚਾਹੇ ਸਤਿਗੁਰੂ ਜੀ ਨੇ ਜਿਹਨੂੰ ਆਪਾਂ ਨੌਕਰੀ ਕਹਿ ਲੈਂਦੇ ਕੀਤੀ, ਤੇ ਸਤਿਗੁਰੂ ਜੀ ਨੇ ਇਹ ਚੇਚੀ ਪੈੜ ਵੀ ਪਾਈ ਕਿ ਗ੍ਰਸਤ ਦਾ ਜਿਹੜਾ ਮਾਰ ਗਿਆ ਇਹਨੂੰ ਵੀ ਸਿੱਖਾਂ ਨੇ ਧਾਰਨ ਕਰਨਾ। ਪਹਿਲਾਂ ਜਿਹੜੇ ਸਾਡੇ ਪੀਰ ਪੈਗੰਬਰ ਔਲੀਏ ਸੀ ਉਹ ਇਹਨਾਂ ਛਾਲਾਂ ਨੂੰ ਛੱਡ ਕੇ ਬਹੁਤਾਤ ਦੇ ਵਿੱਚ ਬਾਹਰ ਜੰਗਲਾਂ 'ਚ ਭਟਕਦੇ ਸੀ, ਕੋਈ ਧੂਣੇ ਧਪਾਉਂਦੇ ਸੀ। ਪਰ ਗੁਰੂ ਪਾਤਸ਼ਾਹ ਜੀ ਨੇ ਇਹ ਸਿੱਖ ਧਰਮ ਦੀਆਂ ਜਿਹੜੀਆਂ ਨਿੱਗਰ ਪੈੜਾਂ ਪਾਈਆਂ ਹਰ ਇੱਕ ਪੱਖ ਤੋਂ, ਔਰ ਇਹ ਇਸੇ ਤਰ੍ਹਾਂ ਜੁਗਾ ਜਗਾਂਤਰ ਸਤਿਗੁਰੂ ਜੀ ਦੀਆਂ ਪੈੜਾਂ ਤੇ ਗੁਰੂ ਕਾ ਸਿੱਖ ਜਿਹੜਾ ਚੱਲਦਾ ਉਹ ਫਿਰ ਇਹ ਲੋਕ ਤੇ ਪਰਲੋਕ ਦੋਏ ਸਹੇਲੇ ਕਰ ਜਾਂਦਾ। ਅੱਜ ਸਤਿਗੁਰਾਂ ਦਾ ਵਿਆਹ ਗੁਰਪੁਰਬ ਆ। ਮੈਂ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ, ਕਾਮਨਾ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ, ਬਖਸ਼ਿਸ਼ ਕਰਿਓ। ਤੁਹਾਡਾ ਗੁਰਸ਼ਬਦ ਜਿਹੜੀ ਤਪਤ ਰੂਹਾਂ ਬੈਠੀਆਂ ਹੁੰਦੀਆਂ ਉਹਨਾਂ ਦੇ ਵੀ ਠੰਡ ਪਾ ਦਿੰਦਾ। ਸਾਨੂੰ ਵੀ ਸਾਰਿਆਂ ਨੂੰ ਪ੍ਰੇਰਨਾ ਕਰਿਓ ਪਵਿੱਤਰ ਗੁਰਬਾਣੀ ਦੇ ਨਾਲ ਜੁੜ ਕੇ। ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਿਓ, ਪਵਿੱਤਰ ਗੁਰਬਾਣੀ ਦੀ ਸਿਮਰਨ ਦੀ ਸੇਵਾ ਤੇ ਸਿਮਰ ਦੀ ਦਾਤ ਸਾਨੂੰ ਬਖਸ਼ਿਸ਼ ਕਰਨ। ਇਹੋ ਹੀ ਮੁੱਢਲਾ ਸਿਧਾਂਤ ਆ। ਤੇ ਕਿਰਤ ਧਰਮ ਦੀ ਕਰਨੀ ਇਹ ਵੀ ਸਤਿਗੁਰਾਂ ਦਾ ਮੁੱਢਲਾ ਸਿਧਾਂਤ ਆ। ਉਹ ਸਤਿਗੁਰੂ ਜੀ ਨੇ ਇਸ ਸਿੱਖ ਧਰਮ ਲਈ ਗੁਰੂ ਪਾਤਸ਼ਾਹ ਜੀ ਨੇ ਬੜਾ ਲੰਬਾ ਸਮਾਂ ਭਰਮਣ ਕਰਕੇ ਉਹਨਾਂ ਰੂਹਾਂ ਨੂੰ ਵੀ ਠੰਡੇ ਕੀਤਾ ਜਿਹੜੀਆਂ ਆਪਣੇ ਆਪ 'ਚ ਤਪ ਰਹੀਆਂ ਸੀਗੀਆਂ। ਸੋ ਗੁਰੂ ਸਾਹਿਬ ਕਿਰਪਾ ਕਰਨ। ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਬਾਬਾ ਜੀ ਸਾਡੇ ਸਤਿਕਾਰਯੋਗ ਅਚੇਚੇ ਤੌਰ ਤੇ ਨਿੱਕੇ ਘੁੰਮਣਾ ਵਾਲੇ ਇੱਥੇ ਪਹੁੰਚੇ ਆ। ਮੇਰੇ ਸਾਥੀ ਮੈਂਬਰ ਸਾਹਿਬਾਨ ਗੋਰਾ ਜੀ, ਜੱਸਰ ਸਾਹਿਬ, ਦੂਸਰੇ ਮਹਾਂਪੁਰਸ਼ ਨਾਲ ਪਹੁੰਚੇ ਆ। ਸੋ ਸਾਰੇ ਹੀ ਉਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਆਏ ਜਿਸ ਪਵਿੱਤਰ ਧਰਤੀ ਤੇ ਆ ਕੇ ਸਤਿਗੁਰੂ ਜੀ ਨੇ ਵਿਆਹ ਗੁਰਪੁਰਬ ਦੇ ਵਿੱਚ ਆ ਕੇ ਆਪਣਾ ਆਸਣ ਲਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰੇ ਸੰਵਿਧਾਨ ਨੂੰ ਲੈ ਕੇ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ੀ ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਾਮਲਾ ਮਾਣਯੋਗ ਕੋਰਟ 'ਚ ਚੱਲ ਰਿਹਾ, ਇਸ ਲਈ ਉਹ ਇਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਨੇ। ਪੰਜਾਬ ਦੇ ਹਾਲਾਤ ਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰ ਇੱਕ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ। ਬੀਤੇ ਦਿਨੀ ਤਰਨਤਾਰਨ ਵਿੱਚ ਜੋ ਕੁਝ ਵਾਪਰਿਆ ਉਹ ਬੇਹੱਦ ਨਿੰਦਣਯੋਗ ਹੈ। ਤੇ ਮੈਂ ਕੋਰਟ ਦੇ ਮੈਟਰ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਸਰ, ਇਹ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਬੜਾ ਇਹ ਮੁੱਦਾ ਉੱਠ ਰਿਹਾ ਹੈ ਵੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਜੇ ਕੋਈ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਮਾਮਲੇ ਦਰਜ ਕੀਤੇ ਜਾਂਦੇ ਸੀ। ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਸਾਰੇ ਲੋਕਾਂ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਆਪਾਂ ਨੂੰ ਕੋਈ ਪਰਿਵਰਤਨ ਜਿਹੜਾ ਹੈਗਾ ਉਹ ਫੋਰਸਫੁਲ ਪਰਿਵਰਤਨ ਤਾਂ ਹਰ ਚੀਜ਼ ਲੋਕ ਹਰ ਧਰਮ ਆਬਜੈਕਟ ਕਰਦਾ।
ਫੋਰਸਫੁਲ ਨਹੀਂ ਹੋਣਾ ਚਾਹੀਦਾ ਜਾਂ ਕੋਈ ਲੋਕ ਇੱਕ ਵੱਡਾ ਫੈਸਲਾ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਿਵਾਰਵਾਦ ਖਤਮ ਕਰਨ ਦਾ ਐਲਾਨ ਕੀਤਾ ਗਿਆ। ਲੱਗਦਾ ਪਾਰਟੀ 'ਚ ਜ਼ਰੂਰ ਉਭਾਰ ਆਵੇਗਾ ਇਸ ਨਾਲ। ਪੱਕਾ ਹੋਊਗਾ। ਅਸੀਂ ਜਿਹੜਾ ਫੈਸਲਾ ਲਿੱਤਾ ਹੈ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਤੋਂ ਲੈ ਕੇ ਪੋਲੀਟੀਕਲ ਜਿਹੜੇ ਹੈਗੇ ਐਨਲਿਸਟ ਉਹਨਾਂ ਨਾਲ ਗੱਲ ਕਰਕੇ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ, ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਊਗਾ ਤਾਂ ਪੰਜਾਬ ਮਜ਼ਬੂਤ। ਪੰਜਾਬ ਸਰਕਾਰ 'ਚ ਬਿਜਲੀ ਬਿੱਲ ਜ਼ੀਰੋ ਆਉਣ ਲੱਗ ਪਏ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ। ਉਹਨਾਂ ਕਿਹਾ ਹੈ ਕਿ 1 ਜੁਲਾਈ ਤੋਂ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਤੇ 20 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਬਿਜਲੀ ਚੋਰੀ ਦੇ ਸਵਾਲ ਤੇ ਉਹਨਾਂ ਕਿਹਾ ਹੈ ਕਿ ਇਹ ਸ਼ਰਾਰਤ ਗਲਤ ਹੈ। ਸਰਕਾਰ ਪਹਿਲਾਂ ਦੀ ਜਨਤਾ ਨੂੰ ਸਸਤੀ ਤੇ ਮੁਫਤ ਬਿਜਲੀ ਦੀ ਸਹੂਲਤ ਦੇ ਰਹੀ ਹੈ। ਮੰਤਰੀ ਨੇ ਕਿਹਾ ਹੈ ਕਿ ਕਈ ਲੋਕ ਜ਼ੀਰੋ ਬਿਜਲੀ ਬਿੱਲ ਨੂੰ ਲੈ ਕੇ ਉਹਨਾਂ ਨੂੰ ਮਿਲਣ ਪਹੁੰਚੇ ਹਨ ਅਤੇ ਇਸ ਦੌਰਾਨ ਜਨਤਾ ਵੱਲੋਂ ਉਹਨਾਂ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਉੱਥੇ ਹੀ ਜਲੰਧਰ 'ਚ ਵੀ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਨਹੀਂ ਦੇਖੋ, ਜੋ ਵੀ ਜਿਹੜੇ ਵੀ ਨਿਯਮ ਬਣੇ ਨੇ ਨਾ, ਜੋ ਵੀ ਕਾਨੂੰਨ ਬਣੇ ਨੇ, ਕਾਨੂੰਨਾਂ ਦੇ ਅਨੁਸਾਰ ਕਾਰਵਾਈ ਤੇ ਹੋਣੀ ਹੈ। ਚਾਹੇ ਉਹ ਕਿੱਡਾ ਵੀ ਵੱਡਾ ਮੰਤਰੀ ਕਿਉਂ ਨਾ ਹੋਵੇ ਜਾਂ ਕੋਈ ਵਿਧਾਇਕ ਜਾਂ ਕੋਈ ਅਫਸਰ ਨਾ ਹੋਵੇ, ਕਾਨੂੰਨ ਆਪਣਾ ਕੰਮ ਕਰੇਗਾ ਇਸ ਖੇਤਰ ਦੇ ਵਿੱਚ। ਇਹਦੇ ਵਿੱਚ ਕੋਈ ਹੋਰ ਦਖਲਅੰਦਾਜ਼ੀ ਨਹੀਂ, ਕਾਨੂੰਨ ਦੇ ਅਨੁਸਾਰ। ਬਿਜਲੀ ਵਿਭਾਗ ਨੂੰ ਹੋਰ ਵਧੀਆ ਕਰਨ ਵਾਸਤੇ ਤੁਹਾਡੇ ਵੱਲੋਂ ਕੀ ਐਲਾ ਕੋਈ ਸਪੈਸ਼ਲ ਚਲਾਈ ਜਾ ਰਹੀ ਹੈ ਸਰ, ਜਾਂ ਤੁਸੀਂ ਕੋਈ ਥੱਲੇ ਦੱਸਣ ਜਾ ਰਹੇ ਹੋ? ਹਾਂ, ਬਿਜਲੀ ਦੇ ਖੇਤਰ ਦੇ ਵਿੱਚ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਸੁਹਿਰਦ ਨੇ ਕਿ ਬਿਜਲੀ ਸੈਕਟਰ ਦੇ ਵਿੱਚ ਕਾਫੀ ਇੰਪਰੂਵਮੈਂਟ ਜਿਹੜੀਆਂ ਨੇ ਸਾਡੇ ਧਿਆਨ ਦੇ ਵਿੱਚ ਨੇ। ਅਸੀਂ ਕੋਈ ਹੋਰ ਨਵੇਂ ਸਬ ਸਟੇਸ਼ਨ, ਨਵੇਂ ਗ੍ਰਿਡ ਜਿਹੜੇ ਆ ਉਹ ਲਗਾ ਰਹੇ ਹਾਂ। ਇੱਕ RDSS ਸਕੀਮ ਆ, ਉਹਦੇ ਬਾਰੇ ਵੀ ਕੈਬਨਿਟ ਨੇ ਆਪਣੀ ਐਕਸ਼ਨ ਪਲਾਨ ਦੀ ਪ੍ਰਵਾਨਗੀ ਦਿੱਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੇ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਮੰਤਰੀ ਸਾਹਿਬ 100% ਜ਼ੀਰੋ ਬਿੱਲ ਕਦੋਂ ਤੱਕ ਆਣਗੇ ਜਨਤਾ ਨੂੰ? ਨਹੀਂ, ਹੁਣ ਵੀ ਆ ਰਹੇ ਨੇ। ਪੂਰਾ ਰਿਜ਼ਲਟ ਨਹੀਂ ਮਿਲ ਰਿਹਾ ਲੋਕਾਂ ਨੂੰ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, 600 ਯੂਨਿਟ ਤੱਕ ਜ਼ੀਰੋ ਬਿੱਲ ਹੀ ਆਉਣਾ। ਹਾਂ, ਮਹੀਨੇ ਜਿਸ ਤਰ੍ਹਾਂ ਹੁਣ ਥੋੜੀ ਗਰਮੀ ਵੱਧਦਾ ਜਾਂ ਕੋਈ ਬਿੱਲ ਜ਼ਿਆਦਾ ਹੋ ਸਕਦਾ, ਨੈਕਸਟ ਮੰਥ ਉਹ ਜਿਹੜਾ ਆ ਉਹ 600 ਤੋਂ ਦੀ ਖਪਤ ਜਿਹੜੀ ਆ ਉਹ ਘਟ ਜੇ। ਜ਼ੀਰੋ ਬਿੱਲ ਆਇਆ ਸਾਡਾ। ਜ਼ੀਰੋ ਬਿੱਲ ਆਇਆ ਤਾਂ ਕੀ ਕਹਿਣਾ ਚਾਹੋਗੇ? ਲੱਗਦਾ ਕਿ ਮਾਨ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਪੂਰੇ ਹੁੰਦੇ ਨਜ਼ਰ ਆ ਰਹੇ? ਹਾਂਜੀ ਬਿਲਕੁਲ ਜੀ, ਪੂਰੇ ਹੁੰਦੇ ਨਜ਼ਰ ਆ ਰਹੇ ਆ। ਹੌਲੀ ਹੌਲੀ ਸਾਨੂੰ ਉਮੀਦ ਹੈ ਕਿ ਸਾਰੇ ਵਾਅਦੇ ਹੀ ਪੂਰੇ ਹੋਣਗੇ। ਜਦੋਂ ਅੱਜ ਬਿੱਲ ਆਇਆ ਤਾਂ ਕਿੱਦਾਂ ਲੱਗਿਆ? ਕਿਉਂਕਿ ਬੰਦੇ ਨੇ ਸੋਚਿਆ ਹੁੰਦਾ ਹੈ। ਬਹੁਤ ਖੁਸ਼ੀ ਹੋਈ ਅੱਜ ਬਿੱਲ ਦੇਖ ਕੇ ਕਿ ਸਾਨੂੰ ਟੈਨਸ਼ਨ ਹੁੰਦੀ ਸੀ ਕਿ ਹਾਂ ਵੀ ਬਿੱਲ ਆਊਗੇ, ਤੇ ਜਦੋਂ ਬਿੱਲ ਦੇਖੀਦਾ ਸੀ ਸਾਡਾ ਮੂਡ ਆਫ ਹੋ ਜਾਂਦਾ ਸੀਗਾ। ਪਰ ਅੱਜ ਦੇਖ ਕੇ ਖੁਸ਼ੀ ਹੋਈ ਬਿੱਲ ਨੂੰ, ਬਾਰ-ਬਾਰ ਦੇਖਣ ਨੂੰ ਦਿਲ ਕਰਦਾ। ਅੱਜ ਤੇ ਗੱਲ ਕੀਤੇ ਪਹਿਲਾਂ ਕਿੰਨਾ ਕੁ ਬਿੱਲ ਆ ਜਾਂਦਾ ਸੀਗਾ? ਪਹਿਲਾਂ ਸਾਡਾ 2-2.5 ਹਜ਼ਾਰ, ਕਈ ਵਾਰ 3 ਤੱਕ ਵੀ ਪਹੁੰਚ ਜਾਈਦਾ ਸੀਗਾ। ਤੇ ਇਸ ਵਾਰੀ ਜਿੱਦਾਂ ਜ਼ੀਰੋ ਆਇਆ ਤੇ ਬੜੀ ਖੁਸ਼ੀ ਹੋਈ ਦੇਖ ਕੇ। ਬਾਰ-ਬਾਰ ਅਸੀਂ ਬਿੱਲ ਨੂੰ ਦੇਖਿਆ ਕਿ ਜ਼ੀਰੋ ਹੀ ਹੈ ਪੱਕਾ। ਮਾਨ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਏ ਮਿਲੂਗਾ, ਤੇ ਲੱਗਦਾ ਕਿ ਉਹ ਵੀ ਬਹੁਤ ਜਲਦ ਮਿਲਣਾ ਸ਼ੁਰੂ ਹੋ ਜਾਏਗਾ। ਹਾਂਜੀ, ਬਹੁਤ ਜਲਦੀ ਮਿਲਣ ਦੀ ਉਮੀਦ ਹੈਗੀ ਆ ਵੀ ਉਹ ਵੀ ਵਾਅਦਾ ਪੂਰਾ ਹੋਏਗਾ, ਬਹੁਤ ਜਲਦੀ ਪੂਰਾ ਹੋਏਗਾ। ਲੱਗਦਾ ਕਿ ਸਰਕਾਰ ਬਦਲੀ ਤੇ ਬਦਲਾਅ ਵੀ ਆਊਗਾ ਪੰਜਾਬ 'ਚ? ਬਦਲਾਅ ਤੇ ਲੱਗ ਰਿਹਾ ਹੈ ਦੇਖਣ ਨੂੰ, ਪਹਿਲਾਂ ਬਿੱਲ ਤੋਂ ਹੀ ਬਦਲਾਅ ਦੇਖਣ ਨੂੰ ਨਜ਼ਰ ਆ ਗਿਆ ਹੈ। ਤੇ ਹੋਰ ਵੀ ਜਿਹੜੇ ਵਾਅਦੇ ਆ ਮਾਨ ਸਰਕਾਰ ਜ਼ਰੂਰ ਸਾਡੇ ਪੂਰੇ ਕਰਨਗੇ। ਹੋਰ ਕੀ ਉਮੀਦਾਂ ਕਰਦੇ ਹੋ ਤੁਸੀਂ ਉਹਨਾਂ? ਉਮੀਦਾਂ ਅਸੀਂ ਜਿਹੜੀ ਅੱਜ ਕੱਲ੍ਹ ਮਹਿੰਗਾਈ ਬਹੁਤ ਹੋ ਰਹੀ ਆ ਕਿ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੀ ਮਾਨ ਸਰਕਾਰ ਵੀ ਇਹ ਵੀ ਸਾਡੀ ਜਿਹੜੀ ਹੈਗੀ ਉਮੀਦ ਪੂਰੀ ਕਰਨ। ਸੱਚਖੰਡ ਸ਼੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਲਈ ਖੁਸ਼ਖਬਰੀ ਹੈ ਕਿ ਸੱਚਖੰਡ ਐਕਸਪ੍ਰੈਸ ਹੁਣ ਮੁੜ ਖੰਨਾ, ਸਰਹਿੰਦ, ਰਾਜਪੁਰਾ ਹੋ ਕੇ ਅੰਬਾਲਾ ਜਾਇਆ ਕਰੇਗੀ। ਇਸ ਤੋਂ ਪਹਿਲਾਂ ਇਹ ਰੇਲ ਗੱਡੀ ਦਾ ਰੂਟ ਬਦਲ ਕੇ ਅੰਬਾਲਾ ਤੋਂ ਚੰਡੀਗੜ੍ਹ ਰਾਹੀਂ ਲੁਧਿਆਣਾ ਕਰ ਦਿੱਤਾ ਗਿਆ ਸੀ। ਕਰੀਬ 2 ਸਾਲਾਂ ਮਗਰੋਂ ਮੁੜ ਆਪਣੇ ਪਹਿਲਾਂ ਵਾਲੇ ਰੂਟਾਂ ਉੱਪਰ ਇਹ ਗੱਡੀ ਚਾਲੂ ਹੋਈ ਹੈ। ਸਰਹਿੰਦ ਜੰਕਸ਼ਨ ਵਿਖੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣ ਪੁੱਜੇ ਕਾਂਗਰਸੀ ਸਾਂਸਦ ਡਾਕਟਰ ਅਮਰ ਸਿੰਘ ਨੇ ਕਿਹਾ ਹੈ ਕਿ ਕਾਫੀ ਸੰਘਰਸ਼ ਤੋਂ ਬਾਅਦ ਮੁੜ ਇਹ ਗੱਡੀ ਇਹ ਰੂਟ ਉੱਪਰ ਚਾਲੂ ਹੋਈ ਹੈ। ਦੇਖੋ, ਸਰਹੰਦ ਜਿਹੜੀ ਜਗ੍ਹਾ ਹੈਗੀ ਆ, ਆਪਾਂ ਸਾਰਿਆਂ ਨੂੰ ਪਤਾ ਕਿ ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ, ਫਤਿਹ ਸਿੰਘ ਜੀ ਨੂੰ ਔਰੰਗਜ਼ੇਬ ਦੇ ਜ਼ਮਾਨੇ 'ਚ ਇੱਥੇ ਜਿਉਂਦਿਆਂ ਨੀਹਾਂ ਚੁਣ ਦਿੱਤਾ ਗਿਆ ਸੀ। ਸਰਹੰਦ ਦੀ ਆਪਣੀ ਇੱਕ ਮਹੱਤਤਾ ਹੈਗੀ ਆ। ਹਰ ਸਾਲ ਦਸੰਬਰ ਦੇ 25, 26, 27 ਨੂੰ ਇੱਥੇ ਲੱਖਾਂ ਕਰੋੜਾਂ ਲੋਕ ਇਕੱਠੇ ਹੁੰਦੇ ਆ। ਸਰਹੰਦ ਇੱਕ ਬਹੁਤ ਇਤਿਹਾਸਿਕ ਕਸਬਾ ਜਿਹੜਾ ਸੈਂਕੜੇ ਸਾਲ ਪਹਿਲਾਂ ਦਾ ਇੱਥੇ ਵਸਿਆ ਹੋਇਆ ਵਾ। ਇਹ ਜਿਹੜੀ ਟ੍ਰੇਨ ਆ ਸੱਚਖੰਡ ਐਕਸਪ੍ਰੈਸ, ਇਹ ਤਾਂ ਦਸਮ ਪਾਤਸ਼ਾਹ ਦੀ ਹੋਈ ਟ੍ਰੇਨ ਹੈਗੀ ਆ, ਕਿਉਂਕਿ ਉਧਰ ਨਾਂਦੇੜ ਸਾਹਿਬ ਜਾਂਦੀ ਹੈ, ਉਧਰੋਂ ਅੰਮ੍ਰਿਤਸਰ ਚੱਲਦੀ ਔਰ ਸਾਰਾ ਪੰਜਾਬ ਦਸਮ ਪਾਤਸ਼ਾਹ ਜੀ, ਕਿਉਂਕਿ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਸੀ, ਨਾਂਦੇੜ ਸਾਹਿਬ ਹੋਈ ਸੀ, ਹਰ ਬੰਦਾ ਉੱਥੇ ਮੱਥਾ ਟੇਕਣ ਜਾਂਦਾ। ਇਹ ਸਾਰੇ ਪੰਜਾਬ ਲਈ, ਬਲਕਿ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਜਿੱਥੇ ਕਿਤੇ ਵੀ
ਸਿੱਖ ਦਾ ਗੁਰੂ ਬੈਠਾ, ਗੁਰੂ ਦਾ ਸਿੱਖ ਬੈਠਾ, ਉਹਦੇ ਲਈ ਇਹ ਟ੍ਰੇਨ ਦਾ ਮਹੱਤਵ ਹੈਗਾ। ਇਹ ਵਿੱਚੋਂ ਇਹਦਾ ਰਸਤਾ ਬਦਲਤਾ ਸੀ, ਬੰਦ ਕਰ ਦਿੱਤੀ ਸੀ ਇੱਥੋਂ ਸਰਹੰਦ ਤੋਂ, ਤੇ ਮੈਨੂੰ ਨਾਗਰਾ ਸਾਹਿਬ ਵੀ ਬਹੁਤ ਲੋਕਾਂ ਨੇ ਇਹ ਗੱਲ ਕਹੀ, ਤੇ ਫਿਰ ਮੈਂ ਇਹਦੇ ਲਈ ਫਿਰ ਬਹੁਤ ਕੁਝ ਕਰਨਾ ਪਿਆ। ਇਹਦੇ ਲਈ ਮਿਨਿਸਟਰ ਸਾਹਿਬ ਅਸ਼ਵਨੀ ਵੈਸ਼ਨਵ ਜੀ, ਪਹਿਲਾਂ ਪਿਊਸ਼ ਗੋਇਲ ਜੀ ਮਿਨਿਸਟਰ ਸਾਹਿਬ ਹੁੰਦੇ ਸੀ, ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਇਸ ਟ੍ਰੇਨ ਲਈ ਮਿਲਿਆ, ਚੇਅਰਮੈਨ ਰੇਲਵੇ ਬੋਰਡ ਨਾਲ ਕਈ ਮੀਟਿੰਗਾਂ ਹੋਈਆਂ। ਆਖਿਰਕਾਰ ਰੇਲ ਮੰਤਰੀ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਅਸ਼ਵਨੀ ਵੈਸ਼ਨਵ ਜੀ ਦਾ। ਉਹਨਾਂ ਨੇ ਕਿਹਾ ਕਿ ਨਹੀਂ ਭਾਈ, ਇਹ ਟ੍ਰੇਨ ਤੇ ਆਪਾਂ ਉੱਥੋਂ ਦੁਬਾਰਾ ਚਾਲੂ ਕਰਨੀ ਆ। ਉਹਨਾਂ ਦਾ ਬਹੁਤ ਧੰਨਵਾਦ। ਆ ਜਿਹੜੇ ਰੇਲ ਅਫਸਰ, ਰੇਲਵੇ ਬੋਰਡ ਔਰ ਰੇਲਵੇ ਦੇ ਅਫਸਰ, DRM ਸਾਹਿਬ ਗੁਰਿੰਦਰ ਜੀ, ਨਾਰੰਗ ਸਾਹਿਬ, ਹਰੀਮੋਹਨ ਤਿਵਾਰੀ ਜੀ, ਇਹਨਾਂ ਸਾਰਿਆਂ ਨੇ ਬਹੁਤ ਮਦਦ ਕੀਤੀ। ਰੇਲਵੇ ਬੋਰਡ ਨੇ ਜਦੋਂ ਵੀ ਪੁੱਛਿਆ, ਇਹਨਾਂ ਸਾਰਿਆਂ ਨੇ ਇਹ ਕਿਹਾ ਕਿ ਨਹੀਂ ਜੀ, ਇਹ ਰੁਕਣੀ ਚਾਹੀਦੀ ਹੈਗੀ। ਤੇ ਉਸ ਕਰਕੇ ਆਪਣੀ, ਮੈਂ ਸਮਝਦਾ ਇਹ ਤਾਂ ਸੰਗਤਾਂ ਦੀ ਸਫਲਤਾ ਹੈਗੀ ਆ। ਸੰਗਤ ਪਿੱਛੇ ਲੱਗੀ ਹੋਈ ਸੀ। ਬਹੁਤ ਸਾਰੇ ਲੋਕ ਸੱਚਖੰਡ ਐਕਸਪ੍ਰੈਸ ਲਈ ਮੈਨੂੰ ਫੋਨ ਲਾਉਂਦੇ ਸੀ ਕਿ ਇਹਨੂੰ ਸ਼ੁਰੂ ਕਰਾਓ, ਤੇ ਮੈਂ ਸਮਝਦਾ ਵੀ ਭਾਰਤ ਸਰਕਾਰ ਨੇ, ਰੇਲਵੇ ਮਿਨਿਸਟਰੀ ਨੇ, ਰੇਲਵੇ ਬੋਰਡ ਨੇ ਬਹੁਤ ਮਿਹਰਬਾਨੀ ਕੀਤੀ ਆ। ਹੋਰ ਵੀ ਕੁਝ ਟ੍ਰੇਨਾਂ ਦੇ ਮਸਲੇ ਆ, ਉਹ ਵੀ ਇਹਨਾਂ ਨਾਲ ਇਸ ਤਰ੍ਹਾਂ ਹੀ ਬੇਨਤੀ ਕਰਕੇ ਕਰਵਾਉਣਾ। ਬਹੁਤ ਬਹੁਤ ਧੰਨਵਾਦ। ਦੇਖੋ, ਸੰਗਤਾਂ ਦੀ ਬਹੁਤ ਵੱਡੀ ਮੰਗ ਸੀਗੀ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਸੀਗੀ ਸੱਚਖੰਡ ਐਕਸਪ੍ਰੈਸ। ਇਹ ਪਹਿਲਾਂ ਇਸ ਰੂਟ ਤੋਂ ਚੱਲਿਆ ਕਰਦੀ ਸੀ, ਜਿਹੜੀ ਡਾਇਵਰਟ ਹੋ ਗਈ ਸੀਗੀ ਵਾਇਆ ਚੰਡੀਗੜ੍ਹ। ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਪਾਰਲੀਮੈਂਟ ਮੈਂਬਰ ਡਾਕਟਰ ਅਮਰ ਸਿੰਘ ਜੀ ਦਾ, ਸਮੁੱਚੀ ਰੇਲਵੇ ਮਿਨਿਸਟਰੀ ਦਾ, ਰੇਲਵੇ ਦੇ ਅਧਿਕਾਰੀਆਂ ਦਾ, ਜਿਨ੍ਹਾਂ ਨੇ ਦੁਬਾਰਾ ਤੋਂ ਫਿਰ ਡਾਕਟਰ ਅਮਰ ਸਿੰਘ ਜੀ ਦੇ ਯਤਨਾਂ ਦੇ ਸਦਕਾ, ਜਿਨ੍ਹਾਂ ਨੂੰ ਜਦੋਂ ਅਸੀਂ ਕਿਹਾ ਕਿ ਇਹ ਟ੍ਰੇਨ ਇਸ ਸਥਾਨ ਦੇ ਉੱਤੇ ਰੁਕਣੀ ਬਹੁਤ ਹੀ ਜ਼ਰੂਰੀ ਹੈ, ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ, ਮੇਰੇ ਖਿਆਲ ਦੇ ਵਿੱਚ 2 ਵਾਰੀ ਤਾਂ ਪਾਰਲੀਮੈਂਟ ਦੇ ਵਿੱਚ ਡਾਕਟਰ ਸਾਹਿਬ ਨੇ ਉੱਠ ਕੇ ਬੋਲਿਆ, ਔਰ ਉਸ ਤੋਂ ਬਾਅਦ ਰੇਲਵੇ ਮਿਨਿਸਟਰ ਨਾਲ, ਰੇਲਵੇ ਬੋਰਡ ਨਾਲ, ਹਰ ਇੱਕ ਥਾਂ ਦੇ ਉੱਤੇ ਜਿੱਥੇ ਉਹਨਾਂ ਦੀ ਵਾਹ ਚੱਲਦੀ ਸੀ, ਉਹਨਾਂ ਨੇ ਆਪਣੇ ਇੱਕ ਮੈਂਬਰ ਪਾਰਲੀਮੈਂਟ ਦੇ ਰੂਪ ਦੇ ਵਿੱਚ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਦੇ ਹੋਏ ਅੱਜ ਦੁਬਾਰਾ ਤੋਂ ਫਿਰ ਉਹ ਸਾਨੂੰ ਦਿਨ, ਸੰਗਤਾਂ ਦੇ ਅਰਦਾਸ ਦੇ ਨਾਲ ਉਹ ਦਿਨ ਸਾਨੂੰ ਨਸੀਬ ਹੋਇਆ ਕਿ ਅੱਜ ਹਜ਼ੂਰ ਸਾਹਿਬ ਦੇ ਲਈ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਅੱਜ ਦੁਬਾਰਾ ਤੋਂ ਫਿਰ ਇੱਥੋਂ ਸਰਹੰਦ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋਈ ਹੈ, ਔਰ ਇਹ ਵਾਪਸੀ ਵੀ ਟ੍ਰੇਨ ਇੱਧਰ ਨੂੰ ਹੀ ਆਇਆ ਕਰੂਗੀ। ਇਹਦੇ ਲਈ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਰੇਲਵੇ ਮਿਨਿਸਟਰੀ ਦਾ ਧੰਨਵਾਦ ਕਰਦੇ ਹਾਂ। ਇਹਦੇ ਨਾਲ ਹੀ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਅਸੀਂ ਕਾਫੀ ਮੰਗਾਂ ਸਰਹੰਦ ਸਟੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਦੇ ਕੋਲ ਰੱਖੀਆਂ ਸੀਗੀਆਂ, ਉਹਨਾਂ ਨੇ ਰੇਲਵੇ ਮਿਨਿਸਟਰੀ ਦੇ ਨਾਲ ਗੱਲਬਾਤ ਕਰਕੇ, ਜਿੱਥੇ ਇਹ ਪਲੇਟਫਾਰਮ ਜਿਹਦੇ ਉੱਤੇ ਆਪਾਂ ਖੜੇ ਹਾਂ, ਇਹ ਪਲੇਟਫਾਰਮ ਛੋਟਾ ਸੀਗਾ, ਪੂਰੀ ਟ੍ਰੇਨ ਨੂੰ ਇਹ ਪੂਰਾ ਨਹੀਂ ਸੀ ਆਉਂਦਾ, ਇਹਨੂੰ ਐਕਸਟੈਂਡ ਕਰਾਉਣਾ, ਔਰ ਇਸ ਪਲੇਟਫਾਰਮ ਦੇ ਉੱਤੇ ਤੇ ਤਿੰਨੇ ਪਲੇਟਫਾਰਮਾਂ ਦੇ ਉੱਤੇ ਜਦੋਂ ਰੇਲ ਗੱਡੀ ਆ ਕੇ ਲੱਗਦੀ ਹੈ, ਉਹਦੇ ਡੱਬੇ ਕਿੱਥੇ ਖੜੇ ਹੋਣਗੇ, ਉਹਨਾਂ ਦੀ ਸਥਾਨ ਦੱਸਣ ਵਾਸਤੇ ਜਿਹੜੇ ਇਹ ਇੱਕ ਡਿਸਪਲੇ ਲੱਗਦੇ ਆ, ਉਹਦਾ ਵੀ ਡਿਸਪਲੇ ਲੱਗ ਚੁੱਕੇ ਨੇ। ਥੋੜ੍ਹੇ ਦਿਨਾਂ ਤੱਕ ਉਹ ਵੀ ਸਟਾਰਟ ਹੋ ਜਾਣਗੇ, ਔਰ ਰੇਲਵੇ ਪਲੇਟਫਾਰਮ ਦੇ ਉੱਤੇ ਸ਼ੈੱਡ ਜਿਹੜਾ ਨਵਾਂ ਸੀਗਾ ਪਲੇਟਫਾਰਮ ਵਧਾਇਆ, ਉੱਤੇ ਸ਼ੈੱਡ ਦੀ ਗੱਲ ਵੀ ਸਾਡੀ ਮੰਨ ਲਈ ਗਈ ਹੈ, ਔਰ ਇਹਦੇ ਨਾਲ ਜਿਹੜੀ ਹੋਰ ਅਪਗ੍ਰੇਡੇਸ਼ਨ ਇਸ ਰੇਲਵੇ ਸਟੇਸ਼ਨ ਦੀ ਚਾਹੀਦੀ ਸੀ ਉਹ ਵੀ ਕੀਤੀ ਜਾ ਰਹੀ ਹੈ। ਇਹਦੇ ਨਾਲ ਐਕਸੀਲੇਟਰ ਜਿਹੜਾ ਹੈਗਾ ਆ ਪਲੇਟਫਾਰਮ 2 ਔਰ 3 ਨੂੰ ਉਤਰਨ ਦੇ ਲਈ, ਉਹ ਵੀ ਐਕਸੀਲੇਟਰ ਜਿਹੜਾ ਹੈਗਾ ਆ ਇੱਥੇ ਲੱਗ ਰਿਹਾ ਆ, ਔਰ ਇਹਦੇ ਨਾਲ ਸੀਨੀਅਰ ਸਿਟੀਜ਼ਨਸ, ਔਰਤਾਂ ਦੇ ਲਈ, ਔਰ ਜਿਹੜੇ ਹੈਂਡੀਕੈਪਡ ਨੇ ਉਹਨਾਂ ਦੇ ਲਈ ਵੀ ਅਸੀਂ ਕਿਹਾ ਕਿ ਜਿਹੜਾ ਓਵਰਬ੍ਰਿਜ ਦੇ ਉੱਤੇ ਚੜ੍ਹਨਾ ਬੜਾ ਔਖਾ ਹੁੰਦਾ ਆ, ਉਹਦੇ ਲਈ ਚਾਹੇ ਕੋਈ ਵੀ ਇੰਤਜ਼ਾਮ, ਚਾਹੇ ਛੋਟੀ ਲਿਫਟ ਲੱਗੇ ਉਹਨਾਂ ਵਾਸਤੇ ਸਪੈਸ਼ਲ, ਜਾਂ ਕੋਈ ਹੋਰ ਇੰਤਜ਼ਾਮ ਜਿਹੜਾ ਆ ਉਹ ਵੀ ਰੇਲਵੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਆ, ਔਰ ਉਹ ਵੀ ਬਹੁਤ ਜਲਦੀ ਹੋ ਜਾਊਗਾ। ਇਹਦੇ ਨਾਲ ਜਿੰਨੀਆਂ ਵੀ ਹੋਰ ਸਮੱਸਿਆਵਾਂ ਨੇ, ਚਾਹੇ ਦੂਸਰੀਆਂ ਕੁਝ ਟ੍ਰੇਨਸ ਹੋਰ ਨੂੰ ਰੋਕਣ ਦੀ ਗੱਲ ਹੈ, ਉਹਦੇ ਵਾਸਤੇ ਵੀ ਡਾਕਟਰ ਸਾਹਿਬ ਅੱਜ ਰੇਲਵੇ ਦੇ ਸਾਰੇ ਅਧਿਕਾਰੀ ਇੱਥੇ ਆਏ ਨੇ, ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਹੋ ਕੇ ਤੇ ਉਹਦੇ ਉੱਤੇ ਵੀ ਵਿਚਾਰ ਚਰਚਾ ਹੋ ਕੇ ਉਹਦੇ ਤੇ ਵੀ ਕੀਤਾ ਜਾਊਗਾ। ਮੈਂ ਸਮੁੱਚੀ ਫਤਿਹਗੜ੍ਹ ਸਾਹਿਬ ਦੀ ਸੰਗਤ ਵੱਲੋਂ, ਕੱਲੀ ਫਤਿਹਗੜ੍ਹ ਸਾਹਿਬ ਦੀ ਸੰਗਤ ਵੱਲੋਂ ਨਹੀਂ ਕਿ ਇਸ ਸਟੇਸ਼ਨ ਤੇ ਹਜ਼ੂਰ ਸਾਹਿਬ ਨੂੰ ਜਾਣ ਲਈ ਪਟਿਆਲੇ ਤੋਂ, ਆਪਣੇ ਨਾਭੇ ਤੋਂ, ਬਰਨਾਲੇ ਤੋਂ, ਖੰਨੇ ਤੋਂ, ਗੋਬਿੰਦਗੜ੍ਹ ਤੋਂ, ਮਤਲਬ ਬਸੀ ਪਠਾਣਾ, ਕੁਰਾਲੀ, ਰੋਪੜ, ਸਾਰੇ ਥਾਵਾਂ ਤੋਂ ਸੰਗਤ ਜਿਹੜੀ ਹੈਗੀ ਹੈ ਉਹ ਇੱਥੋਂ ਆ ਕੇ ਚੜ੍ਹਦੀ ਹੈਗੀ ਹੈ। ਮੈਂ ਸਮੁੱਚੀ ਸੰਗਤ ਵੱਲੋਂ
ਜਿੱਥੇ ਮੈਂ ਦੁਬਾਰਾ ਫਿਰ ਡਾਕਟਰ ਸਾਹਿਬ ਦਾ, ਉੱਥੇ ਰੇਲਵੇ ਮਿਨਿਸਟਰੀ ਦਾ ਧੰਨਵਾਦ ਕਰਦਾ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਅਮਰ ਸਿੰਘ ਜੀ ਦਾ ਕਿ ਸਾਡੀ ਇੱਕ ਬਹੁਤ ਪੁਰਾਣੀ ਮੰਗ ਸੀ, ਜਿਹੜਾ ਸੇਖੂਪੁਰੇ ਜਿਹੜਾ ਫਾਟਕ ਸੀਗਾ ਉੱਥੇ ਅੰਡਰਬ੍ਰਿਜ ਜਿਹੜਾ ਸੀਗਾ ਉਹਦੀ ਸਾਡੀ ਬਹੁਤ ਵੱਡੀ ਮੰਗ ਸੀ, ਜਿਹਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਕਈ ਮੀਟਿੰਗਾਂ ਤੋਂ ਬਾਅਦ ਉਹ ਅੰਡਰਬ੍ਰਿਜ ਜਿਹੜਾ ਸੀਗਾ ਡਾਕਟਰ ਸਾਹਿਬ ਨੇ ਪਾਸ ਕਰਾਇਆ। ਪਾਸ ਕਰਾਉਣ ਤੋਂ ਬਾਅਦ ਉਹਦਾ ਟੈਂਡਰ ਹੋ ਗਿਆ। ਜਿਹੜੇ ਅੰਡਰਬ੍ਰਿਜ ਦੀ ਜਿਹੜੀ ਹੈ ਸ਼ੁਰੂਆਤ ਠੇਕੇਦਾਰ ਨੇ ਆ ਕੇ ਆਪਣੀਆਂ ਮਸ਼ੀਨਾਂ ਵਗੈਰਾ ਇੱਥੇ ਲਿਆ ਕੇ ਮਤਲਬ ਜਿਹੜੀ ਹੈਗੀ ਉਹਨੂੰ ਕਰਨ ਜਾ ਰਹੇ ਆ। ਅੱਜ ਡਾਕਟਰ ਸਾਹਿਬ ਉਹਦਾ ਦੌਰਾ ਵੀ ਕਰਨਗੇ ਔਰ ਇਸ ਅੰਡਰਬ੍ਰਿਜ ਦੇ ਬਣਨ ਦੇ ਨਾਲ ਮੈਂ ਸਮਝਦਾ ਹਾਂ ਕਿ ਹਮਾਇੂਪੁਰਾ, ਸਰਹੰਦ ਸ਼ਹਿਰ ਤੇ ਸਰਹੰਦ ਮੰਡੀ ਤੇ ਪੂਰੀ ਸੰਗਤ ਜਿਹੜੀ ਸ਼ਹੀਦੀ ਜੋੜ ਮੇਲੇ ਨੂੰ ਇੱਥੇ ਆਉਂਦੀ ਹੈ ਉਹਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈਗਾ ਆ ਇਹ ਇੱਕ ਤੋਹਫਾ ਹੋਊਗਾ, ਕਿਉਂਕਿ ਇਹਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇੱਥੇ ਕੁਝ ਕਿਸਾਨ ਸੀਗੇ ਜਿਨ੍ਹਾਂ ਦੇ ਵਿੱਚੋਂ ਸਰਦਾਰ ਕੇਸਰ ਸਿੰਘ ਜੀ ਧਨੌਰੀ ਵਾਲੇ, ਜਿਨ੍ਹਾਂ ਦੀ ਜ਼ਮੀਨ ਦੋਹਾਂ ਲਾਈਨਾਂ ਦੇ ਵਿੱਚ ਆ ਜਾਂਦੀ ਸੀਗੀ। ਹੋਰ ਵੀ ਕਿਸਾਨਾਂ ਦੀ ਜ਼ਮੀਨ ਦੋਹਾਂ ਲਾਈਨਾਂ ਦੇ ਵਿੱਚ ਆ ਜਾਂਦੀ ਸੀ। ਉਹ ਬਜ਼ੁਰਗ ਤਾਂ ਹੁਣ ਸਾਡੇ ਨਹੀਂ ਰਹੇ, ਪਰ ਉਹਨਾਂ ਦੀ ਇੱਕ ਬਹੁਤ ਵੱਡੀ ਮੰਗ ਸੀਗੀ ਜਿਹਨੂੰ ਅਸੀਂ ਹਮੇਸ਼ਾ ਕਹਿੰਦੇ ਸੀਗੇ ਕਿ ਇਹ ਪੂਰੀ ਕਰਾਂਗੇ। ਉਸ ਅੰਡਰਬ੍ਰਿਜ ਦੇ ਵਿੱਚੋਂ ਉਹਨਾਂ ਨੂੰ ਵੀ ਰਸਤਾ ਦਿੱਤਾ ਜਾ ਰਿਹਾ ਆ ਔਰ ਉਹ ਵੀ ਕਿਉਂਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜਿਹੜੀ ਹੈਗੀ ਉੱਥੇ ਆਵੇ, ਉਹਨੂੰ ਸਪੈਸ਼ਲ ਅੰਡਰਬ੍ਰਿਜ ਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਡਿਜ਼ਾਈਨ ਕੀਤਾ ਆ ਤਾਂ ਕਿ ਉਹ ਜਿਹੜਾ ਹੈਗਾ ਆ ਜ਼ਮੀਨਾਂ ਨੂੰ ਵੀ ਰਸਤਾ ਜਾ ਸਕੇ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ, ਕਿਉਂਕਿ ਇਹਨਾਂ ਦਾ ਵੀ ਭਾਈ ਜਿਹੜੇ ਕਹਿਣਾ ਮੰਨਦੇ ਆ। ਰੇਲਵੇ ਦਾ ਤਾਂ ਡਾਕਟਰ ਸਾਹਿਬ ਅਸੀਂ ਕਰ ਹੀ ਰਹੇ ਹਾਂ, ਕਿਉਂਕਿ ਰੇਲਵੇ ਤਾਂ ਸਾਡਾ ਜਿਹੜਾ ਹੈਗਾ ਆ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਜਨਤਾ ਦਾ ਇੱਕ ਇਹੋ ਜਿਹਾ ਡਿਪਾਰਟਮੈਂਟ ਹੈ ਜਿਹੜਾ ਕਿ ਪੂਰੇ ਹਿੰਦੁਸਤਾਨ ਨੂੰ ਆਪਸ ਦੇ ਵਿੱਚ ਜਿੱਥੇ ਜੋੜਦਾ ਵੀ ਹੈ, ਜਿੱਥੇ ਹਿੰਦੁਸਤਾਨ ਦੇ ਲੋਕਾਂ ਦੇ ਆਪਸੀ ਭਾਈਚਾਰਕ ਸਾਂਝ ਦਾ ਇੱਕ ਬਹੁਤ ਵੱਡਾ ਇੱਕ ਮੈਂ ਸਮਝਦਾ ਹਾਂ ਕਿ ਇਹ ਇੱਕ ਸਹਾਰਾ ਆ ਜਿਹਦੇ ਨਾਲ ਅਸੀਂ ਇੱਕ ਦੂਜੇ ਦੇ ਕੋਲੇ ਬੜੀ ਛੇਤੀ ਪਹੁੰਚ ਜਾਂਦੇ ਹਾਂ ਔਰ ਬੜੇ ਆਰਾਮ ਨਾਲ ਪਹੁੰਚ ਜਾਂਦੇ ਹਾਂ ਔਰ ਬੜੇ ਸਸਤੇ 'ਚ ਪਹੁੰਚ ਜਾਂਦੇ ਹਾਂ। ਔਰ ਸਾਡਾ ਜਿਹੜਾ ਰੇਲਵੇ ਦਾ ਨੈਟਵਰਕ ਜਿਹੜਾ ਦੁਨੀਆ ਦੇ ਵਿੱਚ ਇੱਕ ਅਹਿਮ ਨੈਟਵਰਕ ਹੈਗਾ ਹਿੰਦੁਸਤਾਨ ਦਾ। ਸੋ ਅਸੀਂ ਰੇਲਵੇ ਮਿਨਿਸਟਰੀ ਦਾ ਔਰ ਸਾਡੇ ਮੈਂਬਰ ਪਾਰਲੀਮੈਂਟ ਜੀ ਦਾ ਧੰਨਵਾਦ ਕਰਦੇ ਹਾਂ। ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਮੰਡੀ ਵਿੱਚ ਆਈ ਪਹਿਲੀ ਢੇਰੀ ਦੀ ਬੋਲੀ ਕਰਵਾਈ ਗਈ ਅਤੇ ਕਿਸਾਨਾਂ ਨੂੰ ਫਸਲ ਦੀ ਆਮਦ ਤੇ ਵਧਾਈ ਦਿੱਤੀ ਗਈ ਹੈ। ਮੰਡੀ ਵਿੱਚ ਆਈ ਪਹਿਲੀ ਢੇਰੀ 9631 ਰੁਪਏ ਦੀ ਵੇਚੀ ਗਈ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਚਦੇਵਾ ਦੀ ਆੜ੍ਹਤ ਤੇ ਪਿੰਡ ਆਜ਼ਮਵਾਲਾ ਦਾ ਕਿਸਾਨ ਬਲਦੇਵ ਸਿੰਘ ਆਪਣੀ ਨਰਮੇ ਦੀ ਫਸਲ ਲੈ ਕੇ ਪੁੱਜਿਆ, ਜਿਸ ਨੂੰ ਬੇਦਾਨੀ ਇੰਟਰਪ੍ਰਾਈਜ਼ ਵੱਲੋਂ 9631 ਦੇ ਭਾਅ ਤੇ ਖਰੀਦ ਕੀਤੀ ਗਈ ਹੈ। ਇਸ ਦੌਰਾਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਸਾਨਾਂ ਨੂੰ ਵਧਾਈ ਵੀ ਦਿੱਤੀ ਹੈ। ਜੋ ਸਫੇਦ ਸੋਨਾ ਅੱਜ ਪੰਜਾਬ ਦੇ ਵਿੱਚ ਜੋ ਨਰਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਫਾਜ਼ਿਲਕਾ ਦੇ ਵਿੱਚ ਅੱਜ ਸਾਡੇ ਸਾਰੇ ਆੜ੍ਹਤੀ ਵੀਰਾਂ ਵੱਲੋਂ, ਕਿਸਾਨਾਂ ਵੱਲੋਂ ਔਰ ਜਿਹੜੇ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਸਾਰੀ ਮਿਹਨਤ ਜੋ ਖੇਤਾਂ ਦੇ ਵਿੱਚ ਕਰਦੇ ਨੇ ਉਹਨਾਂ ਸਾਰਿਆਂ ਦੇ ਸਦਕਾ ਜਿਹੜਾ ਨਰਮੇ ਦੀ ਫਸਲ ਮੰਡੀ ਦੇ ਵਿੱਚ ਪਹੁੰਚੀ ਹੈ ਉਹਦੀ ਅੱਜ ਬੋਲੀ ਸ਼ੁਰੂ ਹੋਈ ਹੈ। ਔਰ ਸਾਡੇ ਕਿਸਾਨ ਜੀ ਬਲਦੇਵ ਸਿੰਘ ਜੀ 9631 ਰੁਪਏ ਜਿਹੜਾ ਭਾਅ ਲੱਗਿਆ, ਬਹੁਤ ਵਧੀਆ ਭਾਅ ਲੱਗਿਆ ਔਰ ਮੈਂ ਵਧਾਈ ਦਿੰਦਾ। ਔਰ ਸਾਰੇ ਕਿਸਾਨਾਂ ਨੂੰ, ਸਾਰੇ ਆੜ੍ਹਤੀਆਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਇਸ ਸੀਜ਼ਨ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਊਗੀ। ਜਿਸ ਤਰ੍ਹਾਂ ਪਿਛਲਾ ਸੀਜ਼ਨ ਬਹੁਤ ਵਧੀਆ ਸਾਰੇ ਆੜ੍ਹਤੀਆਂ, ਸਾਰੇ ਸਾਡੇ ਕਿਸਾਨਾਂ ਤੇ ਸਾਰੇ ਜਿਹੜੇ ਮੰਡੀ ਦੇ ਵਿੱਚ ਕੰਮ ਕਰਦੇ ਨੇ ਮਜ਼ਦੂਰ, ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਪਿਛਲਾ ਸੀਜ਼ਨ ਜਿਹੜਾ ਲੰਘਿਆ ਔਰ ਉਸੇ ਤਰ੍ਹਾਂ ਜਿਹੜਾ ਇਹ ਸੀਜ਼ਨ ਹੈ ਬਹੁਤ ਵਧੀਆ ਜਿਹੜਾ ਹੈ। ਸਾਡੀ ਇਹੀ ਕੋਸ਼ਿਸ਼ ਹੋਊਗੀ ਜਿਹੜਾ ਇਹ ਵੀ ਸੀਜ਼ਨ ਬਹੁਤ ਵਧੀਆ ਜਾਵੇ। ਭਾਅ 9631 ਮੈਂ ਸਮਝਦਾ ਬਹੁਤ ਜ਼ਿਆਦਾ ਭਾਅ ਹੈ ਔਰ ਇਸੇ ਤਰ੍ਹਾਂ ਦਾ ਭਾਅ ਹੀ ਜਿਹੜਾ ਹੈ ਅਸੀਂ ਉਮੀਦ ਕਰਦੇ ਹਾਂ ਕਿਸਾਨਾਂ ਨੂੰ ਮਿਲੇਗਾ। ਔਰ ਜਿਹੜਾ ਸਰਕਾਰੀ ਰੇਟ ਹੈ ਉਹ ਤਾਂ ਜਿਹੜਾ 5765 ਉਹ ਜਿਹੜਾ ਮਿਲਣਾ ਹੀ 63 ਰੁਪਏ ਔਰ ਜਿਹੜਾ ਹੁਣ ਜਿਹੜਾ ਇਹ ਭਾਅ ਹੈ 9631 ਰੁਪਏ ਬਹੁਤ ਵਧੀਆ ਭਾਅ ਹੈ। ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਪਿੰਡ ਧਨਟਾਈਵਾਲਾ 'ਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ 23 ਸਾਲਾ ਅੰਗਰੇਜ਼ ਸਿੰਘ ਅਤੇ 21 ਸਾਲਾ ਗੁਰਮੇਲ ਸਿੰਘ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵੱਡੇ ਭਰਾ ਅੰਗਰੇਜ਼ ਸਿੰਘ ਦੇ ਭੋਗ ਵਾਲੇ ਦਿਨ ਹੀ ਛੋਟੇ ਭਰਾ ਗੁਰਮੇਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ
ਮੌਤ ਹੋ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਰਮੇਲ ਸਿੰਘ ਦਾ ਵਿਆਹ 10 ਮਹੀਨੇ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ ਤੇ ਸਰਕਾਰਾਂ ਵੱਲੋਂ ਜੋ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਉਹ ਫੇਲ ਸਾਬਤ ਹੋ ਰਹੇ ਨੇ। ਨਸ਼ੇ ਤੋਂ ਅਸੀਂ ਸਰਕਾਰ ਕਰਕੇ ਬੇਨਤੀ ਕਰਦੇ ਹਾਂ, ਨਸ਼ਾ ਬੰਦ ਕਰਨਾ ਚਾਹੀਦਾ ਵਾ। ਇਹ ਬੰਦ ਨਹੀਂ ਚੋਲੇ ਵੀਰ ਮੇਰਾ ਮੁੱਕ ਗਿਆ ਵਾ, ਇਹਦਾ ਸਰਕਾਰ ਨੇ ਕੋਈ ਅਸਰ ਨਹੀਂ ਕੀਤਾ। ਅੱਗੇ ਲੱਠੀ ਨਵੇਂ ਦਿਨ ਮੁੱਕ ਗਏ ਤੇ ਪੁਲਿਸ ਤਾਂ ਖੁਦ ਆਈ ਆ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਤੇ ਕੀ ਮੰਗ ਕਰਦੇ ਹੋ? ਅਸੀਂ ਇਹੋ ਮੰਗ ਕਰਦੇ ਹਾਂ, ਨਸ਼ਾ ਬੰਦ ਚਾਹੀਦਾ ਵਾ। ਸਾਡੇ ਪਿੰਡ ਕੋਈ ਪੁਲਿਸ ਵਾਲਾ ਜਿਹੜਾ ਨਹੀਂ ਮਾਰਦਾ, ਸਾਡੇ ਪਿੰਡ ਖੁਦ ਵਿਕਣ ਦਾ ਗਾੜੀਆਂ ਮੁੱਦਾ ਇਹ ਢਾਉਂਦੇ ਆ। ਸਾਨੂੰ ਮਜ਼ਬੂਤ ਆ, ਮੌਕੇ ਤੇ ਵਿਖਾਓ। ਮੌਕੇ ਤੇ ਇਹ ਦੱਸੋ 2 ਲਾਸ਼ਾਂ ਤੁਰ ਗਈਆਂ, ਮੌਕੇ ਤੇ ਹੁਣ ਕੀ ਵਿਖਾਈਏ? ਇਹ ਤਾਂ ਆਮ ਸਰਕਾਰ ਨੂੰ ਚਾਹੀਦਾ। 2 ਮੌਤਾਂ ਹੋ ਗਈਆਂ, ਮੌਕੇ ਤੋਂ ਇਹਦਾ ਮੌਕਾ ਹੁਣ ਕੀ ਚਾਹੀਦਾ ਵਾ? ਤੇ ਪਿੰਡ ਦੇ ਜਿਹੜਾ ਜਿਹਨੂੰ ਆਖੀ ਦਾ ਮੁਖੀ ਆਉਂਦਾ ਮੈਨੂੰ ਮੌਕੇ ਤੇ ਫੜਾਓ, ਲਿਆ ਕੇ ਸਮੈਕ ਵਿਖਾਓ। ਹੁਣ ਇਹ ਦੱਸੋ ਸਮੈਕ ਇਹਦਾ ਮੌਕੇ ਤੇ ਕੀ ਫੜਾ ਸਕਦੇ? 2 ਲਾਸ਼ਾਂ ਬੂਹੇ ਗੜੀ ਪਈਆਂ ਹੋਈਆਂ ਵਾ। ਇੰਨਾ ਹੀ ਮੈਂ ਬੇਨਤੀ ਕਰਦਾ, ਨਸ਼ਾ ਬੰਦ ਚਾਹੀਦਾ। ਮੈਂ ਚੇਅਰਮੈਨ ਸ਼ਵੇਕ ਸਿੰਘ ਧੁੰਨ, ਮਾਰਕੀਟ ਕਮੇਟੀ ਤਰਨਤਾਰਨ। ਮੇਰਾ ਇਹ ਨਗਰ ਤੇ ਮੇਰਾ ਇਹ ਘਰ ਦਾ ਪਰਿਵਾਰ ਆ। ਸਾਡੇ ਪਰਿਵਾਰ ਦੇ ਵਿੱਚੋਂ ਇਹ ਜਿਹੜੇ ਬੱਚੇ ਦੋਵੇਂ ਗਏ ਆ। ਸੋ ਮੈਂ ਬੜਾ ਦੁਖੀ ਆ ਇਸ ਗੱਲ ਦੇ ਵਿੱਚ ਵੀ 2 ਬੱਚੇ ਹੋਣ ਤੇ ਦੋਵੇਂ ਚਲੇ ਜਾਣ, ਨੌਜਵਾਨ ਹੋਣ। ਦੁੱਖ ਵਾਲੀ ਗੱਲ ਇਹ ਹੈ ਵੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸੀ, ਜਿਹੜੀ ਸਾਡੀਆਂ ਮਿਸਾਲਾਂ ਸੀ ਵਰਲਡ ਲੈਵਲ ਤੇ ਪੰਜਾਬੀਆਂ ਦੀਆਂ, ਉਹ ਸਾਰੀਆਂ ਜਿਹੜੀਆਂ ਅੱਜ ਸਾਡੀਆਂ ਮਿੱਟੀ ਦੇ ਵਿੱਚ ਮਿਲ ਗਈਆਂ, ਸਾਨੂੰ ਨਸ਼ਿਆਂ ਦੀ ਗ੍ਰਿਫਤ 'ਚ ਆ ਗਈਆਂ। ਮੈਂ ਕਿਸੇ ਪਾਰਟੀ ਤੇ ਬਲੇਮ ਨਹੀਂ ਕਰਦਾ, ਕਿਸੇ ਬੰਦੇ ਤੇ ਬਲੇਮ ਨਹੀਂ ਕਰਦਾ, ਪਰ ਸਾਨੂੰ ਇਹ ਪਾਰਟੀਆਂ ਬਾਜ਼ੀਆਂ ਛੱਡ ਕੇ ਜੇ ਤੇ ਅਸੀਂ ਆਪਦੇ ਬੱਚੇ ਬਚਾਉਣੇ, ਆਉਣ ਵਾਲੀ ਪੀੜ੍ਹੀ ਬਚਾਉਣੀ ਆ। ਕੁਝ ਸਾਡੀ ਪੀੜ੍ਹੀ ਜਿਹੜੀ ਉਹ ਬਾਹਰ ਨੂੰ ਤੁਰੀ ਜਾ ਰਹੀ ਹੈ, ਜਿਹੜੀ ਇੱਥੇ ਹੀ ਉਹ ਜਿਹੜੀ ਉਹ ਗਰਕ ਹੋ ਰਹੀ ਆ। ਸੋ ਇਸ ਕਰਕੇ ਆ ਜਿਹੜਾ ਅੱਜ ਹਾਦਸਾ ਕੱਲ੍ਹ ਵਾਪਰਿਆ, ਇਹ ਬੜਾ ਸਾਡੇ ਪਿੰਡ ਲਈ ਦੁੱਖਦਾਈ ਘਟਨਾ ਵਾ, ਜਿਹੜੀ ਇਹ ਸਾਡੇ ਇਲਾਕੇ ਲਈ ਬੜੀ ਦੁੱਖਦਾਈ ਘਟਨਾ ਵਾ। ਇੱਕ ਪਰਿਵਾਰ ਦੇ ਵਿੱਚ ਐਡਾ ਵੱਡਾ ਹਾਦਸਾ, ਜੇ ਉਹ ਮਾਂ ਪਿਓ, ਉਹ ਜਿਹੜੀਆਂ ਸਾਡੀਆਂ ਧੀਆਂ ਨੂੰਹਾਂ ਵਾ, ਸਾਡੇ ਬੱਚੇ ਆ, ਉਹ ਕਿਹਦੇ ਆਸਰੇ ਤੇ ਜੀਣਗੇ ਤੇ ਕੌਣ ਉਹਨਾਂ ਨੂੰ ਰੋਟੀ ਦੇਊਗਾ ਆਉਣ ਵਾਲੇ ਸਮੇਂ 'ਚ? ਇਹ ਜਿਹੜੀਆਂ ਇਹ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿਣਗੀਆਂ। ਸਰਕਾਰਾਂ 'ਚ ਕੋਈ ਫਰਕ ਨਹੀਂ ਹੁੰਦਾ, ਅਸੀਂ ਸਰਕਾਰਾਂ 'ਚ ਵੀ ਰਹਿ ਕੇ ਵੇਖਿਆ ਵਾ, ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ। ਇਸ ਕਰਕੇ ਇਹ ਸਾਨੂੰ ਸਾਂਝੇ ਤੌਰ ਤੇ ਸਾਰਿਆਂ ਨੂੰ ਹੰਬਲੇ ਮਾਰਨੇ ਪੈਣਗੇ ਜੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ। ਨਹੀਂ ਤੇ ਜੇ ਜੋ ਇਹ ਚੱਲਣ ਡਿਆ ਵਾ, ਇਹਦੇ ਨਾਲ ਸਾਡਾ ਜਿਹੜਾ ਪੰਜਾਬ ਦਾ ਕਿਸੇ ਦਿਨ ਨਾਂ ਖਤਮ ਹੋ ਜਾਊਗਾ ਵੀ ਪੰਜਾਬੀ ਹੁੰਦੇ ਸੀ। ਸੋ ਇਸ ਕਰਕੇ ਸਾਡੇ ਜਿਹੜੇ ਐਡੇ ਯੋਧੇ ਪੈਦਾ ਹੋਏ ਆ ਸਾਡੇ ਨਗਰ ਦੇ ਵਿੱਚ, ਸਰ ਲਾਲ ਸਿੰਘ ਜੀ ਸਾਰਾਗੜ੍ਹੀ ਦੇ ਬੜੇ ਵੱਡੇ ਸ਼ਹੀਦ ਹੋਏ ਆ। ਸੋ ਉਹਨਾਂ ਨੂੰ ਇਹ ਅਸੀਂ ਸ਼ਰਧਾਂਜਲੀ ਇਹੋ ਜਿਹੇ ਕੰਮ ਕਰਕੇ ਦੇਈਏ ਤਾਂ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ। ਅਸੀਂ ਬੜੇ ਸ਼ਰਮਸਾਰ ਹਾਂ ਇਸ ਗੱਲ ਦੇ ਵਿੱਚ, ਜਿਹੜਾ ਅੱਜ ਸਾਡਾ ਐਡਾ ਵੱਡਾ ਇਹ ਨੁਕਸਾਨ ਹੋਇਆ, ਕਦੀ ਵੀ ਭਰਪਾਈ ਨਹੀਂ ਹੋਣੀ। ਉਸ ਮਾਂ ਪਿਓ ਨੇ ਬਿਸਤਰੇ ਤੋਂ ਨਹੀਂ ਉੱਠਣਾ, ਉਹਨਾਂ ਬੱਚਿਆਂ ਨੂੰ ਕਿਸੇ ਨੇ ਪੜ੍ਹਾਉਣਾ ਨਹੀਂ, ਉਹਨਾਂ ਧੀਆਂ ਨੂੰ ਕਿਸੇ ਨੇ ਸਾਂਭਣਾ ਨਹੀਂ। ਸੋ ਇਸ ਤੋਂ ਵੱਡਾ ਕੋਈ ਵੀ ਹੋਰ ਦੁੱਖਦਾਈ ਕੰਮ ਨਹੀਂ ਹੋ ਸਕਦਾ। ਸੋ ਇਸ ਕਰਕੇ ਮੈਂ ਤੇ ਸਾਰੇ ਪ੍ਰਸ਼ਾਸਨ ਨੂੰ, ਸਾਰੀਆਂ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੇਨਤੀ ਕਰਦਾ ਵੀ ਆਪਾਂ ਇਹਨਾਂ ਨੂੰ, ਆਪਣੇ ਬੱਚਿਆਂ ਨੂੰ ਬਚਾਈਏ। ਇਹ ਮੇਰਾ ਬੱਚਾ ਨਹੀਂ, ਇਹ ਕਿਸੇ ਦਾ ਬੱਚਾ ਨਹੀਂ, ਇਹ ਸਾਰਿਆਂ ਦੇ ਸਾਡੇ ਬੱਚੇ। ਆਉਣ ਵਾਲਾ ਜਿਹੜਾ ਭਵਿੱਖ ਆ, ਜਦੋਂ ਇੱਕ ਖੇਤ ਨੂੰ ਅੱਗ ਲੱਗਦੀ ਆ ਤੇ ਦੂਸਰੀ ਵੀ ਵੱਟ ਟੱਪਣੀ ਹੁੰਦੀ ਆ। ਸੋ ਉਹ ਗੱਲ ਅੱਜ ਉਸ ਟਿਕਾਣੇ ਤੇ ਪਹੁੰਚ ਚੁੱਕੀ ਆ। ਸੋ ਇਸ ਕਰਕੇ ਮੈਂ ਤੇ ਤੁਹਾਡਾ ਪੱਤਰਕਾਰਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਵੀ ਇਹਦੇ ਸਹਿਯੋਗ ਪਾਓ। ਜਿੰਨੀਆਂ ਧਾਰਮਿਕ ਜਥੇਬੰਦੀਆਂ, ਸੰਸਥਾਵਾਂ ਜਾਂ ਜਿਹੜੇ ਸੀਨੀਅਰ ਸਾਡੇ ਕਿਸੇ ਵੀ ਮੋਸਟ ਤੇ ਕੰਮ ਕਰਦੇ ਆ, ਸਾਰੇ ਇਸ ਕੰਮ ਦੇ ਵਿੱਚ ਇਕਜੁੱਟ ਹੋ ਕੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਤੇ ਫਿਰ ਇਹ ਬਚ ਸਕਦਾ। ਨਹੀਂ ਤੇ ਵੀਰੋ, ਆਉਣ ਵਾਲਾ ਸਮਾਂ ਜਿਹੜਾ ਇਥੋਂ ਵੀ ਭਿਆਨਕ ਹੋਊਗਾ। ਜਿਵੇਂ ਇਹ 10 ਦਿਨਾਂ ਦੇ ਵਿੱਚ ਹੀ ਇੱਕ ਮਾਂ ਪਿਓ ਤੜਫਦੇ ਨੂੰ ਕੱਲ ਫਿਰ ਜਿਹੜਾ ਇਹੋ ਜਿਹਾ ਸਾਡੇ ਦੁੱਖਾਂ ਦਾ ਭਾਰ ਟੁੱਟਾ ਵਾ, ਜਿਹਦਾ ਅਸੀਂ ਮਤਲਬ ਜ਼ਿਕਰ ਕਰਨਾ ਵੀ ਅੱਜ ਸਾਨੂੰ ਔਖਾ ਹੋਇਆ ਪਿਆ ਵਾ। ਮੈਂ ਇਹੋ ਹੀ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ। ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਅਮਰੀਕਾ ਅੰਦਰ ਵਸਦੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਬਚਪਨ ਤੋਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਉਂਦੇ ਹਨ ਅਤੇ ਦਰਬਾਰ ਸਾਹਿਬ ਵਿੱਚ ਆ ਕੇ ਸਰੀਰ ਨੂੰ ਇੱਕ ਵੱਖਰੀ ਊਰਜਾ ਮਿਲਦੀ ਹੈ। ਅੱਜ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਸੀਗਾ ਔਰ ਗੁਰੂ ਮਹਾਰਾਜ ਦੀ ਬਲੇਸਿੰਗਸ ਲੈ ਕੇ ਇੱਥੋਂ ਜਾ ਰਿਹਾ। ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਹਾਂ, ਹਰ ਸਾਲ ਆਉਣਾ ਹੈ। ਮੇਰੀ ਫੈਮਿਲੀ ਦਾ ਵੀ ਦਰਬਾਰ ਸਾਹਿਬ ਨਾਲ ਬਹੁਤ ਪੁਰਾਣਾ ਲਿੰਕ ਹੈਗਾ। ਜਨਰਲੀ ਇਹ ਯੂਨਾਈਟਿਡ ਸਟੇਟਸ, ਜਿੱਥੇ ਮੈਂ ਐਂਬੈਸਡਰ ਹੈਗਾ, ਯੂਨਾਈਟਿਡ ਸਟੇਟਸ ਤੇ ਇੰਡੀਆ ਦਾ 5 ਏਰੀਆਜ਼ 'ਚ ਬਹੁਤ ਸਟਰੋਂਗ ਔਰ ਕਲੋਜ਼ ਰਿਲੇਸ਼ਨਸ਼ਿਪ ਡਿਵੈਲਪ ਹੋ ਰਿਹਾ ਹੈ। ਪਹਿਲੀ ਡਿਫੈਂਸ ਤੇ ਸਟ੍ਰੈਟੇਜਿਕ ਅਫੇਅਰਸ 'ਚ, ਉਹਦੇ 'ਚ ਹੁਣੇ ਹੀ ਪਿਛਲੇ ਹਫਤੇ
ਸਾਡੀ ਇੰਡੀਅਨ ਨੇਵਲ ਸ਼ਿਪ ਸਤਪੁਰਾ USA 'ਚ ਆਈ ਸੀ। 15 ਅਗਸਤ ਦਾ ਜਿਹੜਾ ਸੈਲੀਬ੍ਰੇਸ਼ਨ ਸੀਗਾ ਆਜ਼ਾਦੀ ਦਾ ਮਹੋਤਸਵ, ਉਹਦੇ 'ਤੇ ਸੈਲੀਬ੍ਰੇਟ ਹੋਇਆ। ਯੂਨਾਈਟਿਡ ਸਟੇਟਸ ਨੇਵੀ ਦੀ ਟੌਪ ਅਫੀਸ਼ੀਅਲਸ ਉਹਦੇ 'ਚ ਆਏ। ਇਸ ਤਰ੍ਹਾਂ ਹੀ ਜੁਆਇੰਟ ਐਕਸਰਸਾਈਜ਼ਸ, ਕਈ ਚੀਜ਼ਾਂ ਹੋਰ ਹੋ ਰਹੀਆਂ ਨੇ, ਲੇਕਿਨ 4 ਹੋਰ ਚੀਜ਼ਾਂ ਬੜੀਆਂ ਜ਼ਰੂਰੀ ਨੇ ਜਿਹਦੇ 'ਚ ਪੰਜਾਬ ਵੀ ਫਾਇਦਾ ਲੈ ਸਕਦਾ ਹੈ। ਪਹਿਲਾ ਹੈ ਹੈਲਥ ਕੇਅਰ। ਕੋਵਿਡ ਦੇ ਕਾਰਨ ਅਸੀਂ ਸਾਰਿਆਂ ਨੇ ਹੈਲਥ ਕੇਅਰ 'ਤੇ ਫੋਕਸ ਦੇਖਿਆ ਹੈ, ਔਰ ਹੈਲਥ ਕੇਅਰ 'ਚ ਅਫੋਰਡੇਬਲ ਮੈਡੀਸਿਨਸ ਅਤੇ ਅਫੋਰਡੇਬਲ ਵੈਕਸੀਨਸ ਇੱਕ ਫੋਕਸ ਹੈਗਾ। ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਇੰਡੀਆ ਇਸ ਵੇਲੇ ਅਮਰੀਕਾ 'ਚ 55% ਜਿਹੜੀ ਜੈਨਰਿਕ ਮੈਡੀਸਿਨ ਹੈ ਉਹ ਇੰਡੀਆ 'ਚ ਬਣ ਕੇ ਜਾਂਦੀ ਹੈ। ਸੋ ਤੁਸੀਂ ਇਹ ਸੋਚ ਸਕਦੇ ਹੋ ਕਿ ਕੀ ਪੋਟੈਂਸ਼ੀਅਲ ਹੈਗਾ ਹੈ ਅਫੋਰਡੇਬਲ ਮੈਡੀਸਿਨਸ ਦਾ, ਔਰ ਖ਼ਾਸ ਤੌਰ 'ਤੇ ਜਦੋਂ ਅੱਜ ਕੱਲ੍ਹ ਇਨਫਲੇਸ਼ਨ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਹੀ 3 ਟੀਕੇ ਹੈਗੇ ਨੇ ਜਿਹੜੇ US ਇੰਡੀਆ ਦੀ ਪਾਰਟਨਰਸ਼ਿਪ ਨਾਲ ਬਣੇ ਨੇ। ਉਹਦੇ 'ਚ ਇੱਕ ਟੀਕਾ ਹੈਗਾ ਹੈ ਕੋਰਬਾਵੈਕਸ, ਉਹ ਟੈਕਸਸ ਦੀ ਚਿਲਡਰਨਸ ਹੌਸਪੀਟਲ, ਬੇਲਰ ਕਾਲਜ ਅਤੇ ਬਾਇਓਈ ਇੰਡੀਆ ਦੀ ਕੰਪਨੀ, ਉਹਦੀ ਬਲਕ ਪ੍ਰੋਡਕਸ਼ਨ ਇੰਡੀਆ 'ਚ ਹੋ ਰਹੀ ਹੈ। ਇਹਦੇ 'ਚ ਖਾਸ ਗੱਲ ਇਹ ਹੈ ਕਿ ਇਹ ਟੀਕਾ $1.5 ਦਾ ਬਣਦਾ ਹੈ ਅਤੇ ਨੋਰਮਲ ਟੈਂਪਰੇਚਰ 'ਚ ਕਿਤੇ ਵੀ ਮੂਵ ਕੀਤਾ ਜਾ ਸਕਦਾ ਹੈ। ਸੋ ਅਨਲਾਈਕ ਫਾਈਜ਼ਰ ਐਂਡ ਮੋਡਰਨਾ, ਇਹ ਅਸੀਂ ਅਫਰੀਕਾ, ਲੈਟਿਨ ਅਮਰੀਕਾ, ਕੈਰੀਕੋਮ, ਇੰਡੋ ਪੈਸੀਫਿਕ, ਇਹ ਸਾਰੇ ਦੇਸ਼ਾਂ 'ਚ ਇੰਡੀਆ ਅਤੇ US ਟੈਕਨੋਲੋਜੀ ਮਿਲ ਕੇ ਇਹਨੂੰ ਵੇਚ ਸਕਦੇ ਹਾਂ, ਔਰ ਇਹਦੇ 'ਤੇ ਮੂਵਮੈਂਟ ਹੋ ਰਹੀ ਹੈ। ਤੀਸਰਾ ਏਰੀਆ ਹੈਗਾ ਹੈ ਐਨਰਜੀ ਦਾ। ਐਨਰਜੀ ਜਿਹਦੇ 'ਚ ਇਨਵਾਇਰਮੈਂਟ, ਕਲਾਈਮੇਟ ਚੇਂਜ, ਸੋਲਰ ਅਤੇ ਬੈਟਰੀ ਟੈਕਨੋਲੋਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਜਲੀ ਦੀ ਪ੍ਰੋਬਲਮ ਸੋਲਰ ਐਨਰਜੀ ਨਾਲ ਸੋਲਵ ਹੋ ਸਕਦੀ ਹੈ। ਪੰਜਾਬ 'ਚ ਵੀ ਬੜੀ ਧੁੱਪ ਹੁੰਦੀ ਹੈ, ਉਹਨੂੰ ਹੀ ਅਸੀਂ ਇਲੈਕਟ੍ਰਿਸਿਟੀ 'ਚ ਕਨਵਰਟ ਕਰ ਸਕਦੇ ਹਾਂ, ਔਰ ਜਿਹਦੇ 'ਚ USA ਦੀ ਟੈਕਨੋਲੋਜੀ ਕਾਫੀ ਅੱਗੇ ਗਈ ਹੈ। ਉਸ 'ਚ ਕੋਲੈਬੋਰੇਸ਼ਨ ਸ਼ੁਰੂ ਹੋ ਗਈ ਹੈ ਔਰ ਕਾਫੀ ਸਕੋਪ ਹੈਗਾ। ਤੀਸਰਾ ਏਰੀਆ ਹੈ IT, ਡਿਜੀਟਲ, ਸਟਾਰਟਅਪ ਅਤੇ ਇਨੋਵੇਸ਼ਨ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ IT ਇੰਡਸਟਰੀ ਦਾ ਬਹੁਤ ਐਡਵਾਂਸ ਹੈ, ਔਰ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਕਿ ਡਿਜੀਟਲ ਮੀਡੀਅਮ ਦੇ ਨਾਲ ਕਈ ਦਫ਼ਤਰ ਲੱਗਦੇ ਨੇ, ਕਈ ਕਲਾਸਾਂ ਲੱਗਦੀਆਂ, ਸੋ ਉਹ ਵੀ ਇੱਕ ਏਰੀਆ ਅੱਛਾ ਹੈ। ਲਾਸਟ ਐਜੂਕੇਸ਼ਨ ਅਤੇ ਨੌਲੇਜ ਪਾਰਟਨਰਸ਼ਿਪ, ਇਹ ਬਹੁਤ ਜ਼ਰੂਰੀ ਹੈ। ਇੰਡੀਅਨ ਯੂਨੀਵਰਸਿਟੀਜ਼ ਅਤੇ US ਯੂਨੀਵਰਸਿਟੀਜ਼ ਦਾ ਬਹੁਤ ਪੁਰਾਣਾ ਸੰਬੰਧ ਰਿਹਾ ਹੈ। ਮੇਰੇ ਆਪਣੇ ਫਾਦਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸੀਗੇ, ਉਹ ਓਹਾਇਓ ਸਟੇਟ ਯੂਨੀਵਰਸਿਟੀ 'ਚ ਪੜ੍ਹੇ ਸੀ 56 ਤੋਂ 58, ਉਹਦੇ ਬਾਅਦ ਵਾਪਸ ਆਏ। ਇਹ ਰਿਲੇਸ਼ਨਸ਼ਿਪ ਪੁਰਾਣਾ ਹੈ, ਲੇਕਿਨ ਇਹਨੂੰ ਹੋਰ ਇੰਟੈਂਸੀਫਾਈ ਕਰਨ ਦੀ ਜ਼ਰੂਰਤ ਹੈ। ਸਾਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ 'ਚ ਇੰਟਰਨੈਸ਼ਨਲਾਈਜੇਸ਼ਨ ਆਫ ਐਜੂਕੇਸ਼ਨ ਇੰਪੋਰਟੈਂਟ ਹੈ। ਮੈਂ ਖਾਸ ਤੌਰ 'ਤੇ ਪੰਜਾਬੀਆਂ ਨੂੰ ਇਹੋ ਹੀ ਗੁਜ਼ਾਰਿਸ਼ ਕਰਾਂਗਾ ਕਿ ਇੱਥੋਂ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਨੇ, ਕਾਲਜਿਸ ਨੇ, ਇੰਸਟੀਟਿਊਸ਼ਨਸ ਨੇ, ਉਹ ਟਾਈ ਅਪ ਕਰਨ, ਸਿਲੇਬਸ ਆਪਣਾ ਇੰਪਰੂਵ ਕਰਨ, ਅਤੇ ਇੱਥੋਂ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਉਹ ਐਜੂਕੇਸ਼ਨ ਇੱਥੇ ਹੀ ਮਿਲ ਜਾਏਗੀ, ਉਹ ਸਕਿੱਲ ਡਿਵੈਲਪਮੈਂਟ ਇੱਥੇ ਹੀ ਹੋਏਗੀ। ਇੰਡੀਆ 'ਚ ਕਈ ਹੋਰ ਸਟੇਟਾਂ ਨੇ ਜੋ ਬਹੁਤ ਲਿੰਕ ਕਰ ਰਹੀਆਂ ਨੇ ਇਹਦੇ 'ਚ। ਸੋ ਇਹ ਇੱਕ ਏਰੀਆ ਐਜੂਕੇਸ਼ਨ ਔਰ ਨੌਲੇਜ ਪਾਰਟਨਰਸ਼ਿਪ 'ਚ ਬਹੁਤ ਸਕੋਪ ਹੈਗਾ, ਜਿਹਦੇ 'ਚ ਪੰਜਾਬ ਨੂੰ ਇੱਕ ਇੰਪੋਰਟੈਂਟ ਰੋਲ ਪਲੇ ਕਰਨ ਦੀ ਲੋੜ ਹੈਗੀ। ਸੋ ਵਨਸ ਅਗੇਨ ਥੈਂਕ ਯੂ ਵੈਰੀ ਮੱਚ। ਅੱਜ ਬਹੁਤ ਅੱਛਾ ਮੌਕਾ ਸੀਗਾ ਮੇਰੇ ਲਈ ਕਿ ਮੈਂ ਇੱਥੇ ਆਇਆ। ਬਚਪਨ ਤੋਂ ਮੈਂ ਦਰਬਾਰ ਸਾਹਿਬ ਆਉਂਦਾ ਰਿਹਾ। ਜੋ એનર્ਜੀ ਔਰ ਸਟਰੈਂਥ ਇੱਥੋਂ ਮਿਲਦੀ ਹੈ ਉਹ ਕਿਤੋਂ ਹੋਰ ਨਹੀਂ ਮਿਲਦੀ।
ਪੰਜਾਬ ਦੇ ਡੀਜੀਪੀ ਨੂੰ ਲੈ ਕੇ ਸਸਪੈਂਸ ਖਤਮ ਹੋ ਗਿਆ। ਵੀਕੇ ਪਵਰਾ ਦੀ ਛੁੱਟੀ 4 ਤਰੀਕ ਨੂੰ ਖਤਮ ਹੋ ਰਹੀ ਹੈ। ਉਹਨਾਂ ਦੀ ਵਾਪਸੀ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕਰਕੇ ਉਹਨਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਗਿਆ ਤੇ ਗੌਰਵ ਯਾਦਵ ਡੀਜੀਪੀ ਬਣੇ ਰਹਿਣਗੇ। ਸਰਕਾਰ ਨੇ ਗੌਰਵ ਯਾਦਵ ਨੂੰ ਡੀਜੀਪੀ ਵਜੋਂ ਬਰਕਰਾਰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। यूपीएससी ਦੀ ਪ੍ਰਵਾਨਗੀ ਨਾਲ ਡੀਜੀਪੀ ਵੀਕੇ ਪਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ। ਸਰਕਾਰ ਨੇ ਸ਼ਨੀਵਾਰ ਨੂੰ ਇਹ ਹੁਕਮ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ 5 ਮਹੀਨੇ ਦੇ ਕਾਰਜਕਾਲ ਦੌਰਾਨ ਜੋ ਵਾਅਦੇ ਗਰੰਟੀਆਂ ਕੀਤੀਆਂ ਸੀ ਉਹ ਪੂਰੇ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਪਰ ਸਰਕਾਰ ਦੇ ਨਵੇਂ ਲਏ ਜਾ ਰਹੇ ਫੈਸਲਿਆਂ ਤੇ ਕੁਝ ਵਰਗ ਨਾਖੁਸ਼ ਦਿਖਾਈ ਦਿੰਦੇ ਹਨ। ਪੰਜਾਬ ਸਰਕਾਰ ਵੱਲੋਂ ਨਰਮੇ ਦੀ ਖਰੀਦ ਦੌਰਾਨ ਆੜ੍ਹਤੀਆਂ ਦਾ ਕਮਿਸ਼ਨ ਘਟਾ ਕੇ 2.5% ਤੋਂ 1% ਕਰਨ ਦਾ ਫੈਸਲਾ ਲਿਆ ਗਿਆ, ਜਿਸ ਨੂੰ ਲੈ ਕੇ ਆੜ੍ਹਤੀਆ ਭਾਈਚਾਰਾ ਨਿਰਾਸ਼ ਦਿਖਾਈ ਦੇ ਰਿਹਾ, ਜਿਸ ਦੇ ਚੱਲਦੇ ਉਹਨਾਂ ਵੱਲੋਂ 5 ਸਤੰਬਰ ਨੂੰ ਮਾਨਸਾ 'ਚ ਪੰਜਾਬ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਸੰਬੰਧੀ ਫਰੀਦਕੋਟ ਦੇ ਆੜ੍ਹਤੀ ਐਸੋਸੀਏਸ਼ਨ ਨੇ ਮੀਟਿੰਗ ਕਰਕੇ 5 ਸਤੰਬਰ ਨੂੰ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਮਾਨਸਾ 'ਚ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਹੈ। ਦੇਖੋ 25 ਸਾਲਾਂ ਤੋਂ ਪਿਛਲੇ 25 ਸਾਲਾਂ ਤੋਂ 2.5% ਆੜ੍ਹਤ ਸਾਨੂੰ ਮਿਲ ਰਹੀ ਹੈ, ਜਦੋਂ ਕਿ ਸਮੇਂ ਦੇ ਨਾਲ ਮਹਿੰਗਾਈ ਬਹੁਤ ਵਧੀ ਹੈ। ਸਾਡੀ ਆੜ੍ਹਤ 2.5 ਤੋਂ 3.5 ਹੋਣ ਦੀ ਬਜਾਏ 1% ਕਰ ਦਿੱਤੀ ਗਈ ਹੈ। ਅਸੀਂ ਇਸ ਨੂੰ ਟੋਟਲੀ ਟੌਪ ਤੌਰ 'ਤੇ ਕੰਡੈਮ ਕਰਦੇ ਹਾਂ, ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਅਸੀਂ 5 ਤਰੀਕ ਨੂੰ ਮਾਨਸਾ ਮੰਡੀ ਵਿਖੇ ਸਾਰੀ ਮੰਡੀ ਬੰਦ ਕਰਕੇ ਫਰੀਦਕੋਟ ਦੀ ਮਾਨਸਾ ਮੰਡੀ ਵਿਖੇ ਸੂਬਾ ਪੱਧਰ ਦੀ ਰੈਲੀ ਵਿਖੇ ਪਹੁੰਚਾਂਗੇ ਤੇ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰਾਂਗੇ। ਸਰਕਾਰ ਨੇ ਕੀ ਤਰਕ ਦਿੱਤਾ ਇਸ ਵਾਰ ਘਟਾਉਣ ਦਾ? ਕੋਈ ਤਰਕ ਨਹੀਂ ਹੈ ਜੀ ਉਹਨਾਂ ਦਾ, ਬੇਤਰਕ ਉਹਨਾਂ ਦਾ ਕੋਈ ਤਰਕ ਨਹੀਂ ਹੈ। ਇਸ ਦੇ ਉੱਤੇ ਸਾਡੀ ਗੱਲ ਦਾ ਜਵਾਬ ਹੀ ਨਹੀਂ ਦੇ ਸਕਦੇ ਹੋ। ਦੇਖੋ ਇੱਕ ਆੜ੍ਹਤ ਦੇ ਨਾਲ 3-3 4-4 ਪਰਿਵਾਰ ਜੁੜੇ ਹੋਏ ਆ, ਉਹਨਾਂ ਦਾ ਮਜ਼ਦੂਰ, ਉਹਨਾਂ ਦਾ ਮਨੀਮ, ਉਹਨਾਂ ਦਾ ਅਸਿਸਟੈਂਟ ਜਿਹਨੂੰ ਅਸੀਂ ਮੈਨੇਜਰ ਕਹਿੰਦੇ ਆ ਜਾਂ ਅਕਾਊਂਟੈਂਟ ਕਹਿੰਦੇ ਆ, ਉਹ 4 ਪਰਿਵਾਰਾਂ ਦੇ ਉੱਤੇ ਸਿੱਧੀ ਤੌਰ 'ਤੇ ਹਮਲਾ ਹੈ। ਜਦੋਂ ਇੱਕ ਆੜ੍ਹਤੀ ਨੂੰ 2.5% ਦਾਮੀ ਮਿਲਦੀ, ਜਦੋਂ ਉਸ ਦਾ 1% ਰਹਿ ਜਾਂਦਾ ਹੈ ਤਾਂ 50% ਤੋਂ ਵੀ ਉਹਦੀ ਜਿਹੜੀ ਆਮਦਨ ਹੈ ਘੱਟ ਜਾਂਦੀ, ਜਦੋਂ ਕਿ ਮਹਿੰਗਾਈ ਦੀ ਦਰ ਬਹੁਤ ਵਧੀ। ਸਰਕਾਰ ਨੇ ਕਿਸਾਨਾਂ ਦਾ ਫਾਇਦਾ ਕੀਤਾ ਸੀ, ਕਿਸਾਨਾਂ ਦਾ ਕੀ ਬੈਨੀਫਿਟ? ਸਰਕਾਰ ਨੂੰ ਤਾਂ ਕਿਸਾਨ ਨੂੰ ਤਾਂ ਉਨੇ ਹੀ ਪੈਸੇ ਮਿਲਣੇ ਜਿੰਨੇ ਹੁਣ ਮਿਲਣੇ ਆ ਜੀ। ਜੇ 10,000 ਦੀ ਉਹਦੀ ਵਿਕਦੀ ਹੈ, ਢੇਰੀ ਵਿਕਦੀ ਹੈ, ਤਾਂ ਉਹਨੂੰ 10,000 ਹੀ ਮਿਲਣਾ ਹੈ। ਕਿਸਾਨ ਦੇ ਖਾਤੇ ਕੁਝ ਨਹੀਂ ਜਾਣਾ, ਕਿਸਾਨ ਦੇ ਖਾਤੇ 10,000 ਰੁਪਏ ਹੀ ਜਾਣਾ। ਸਰ ਜੋ ਆੜ੍ਹਤ ਘਟਾਈ ਗਈ ਹੈ, ਕਾਫੀ ਪੁਰਾਣਾ ਫੈਸਲਾ ਸੀਗਾ ਜੋ ਕਿ ਲਗਾਤਾਰ ਚੱਲਦਾ ਰਿਹਾ ਸੀਗਾ, ਕੀ ਲੋੜ ਸੀਗੀ ਇਹ ਕੁਝ ਕਰਨ ਦੀ ਇਸ ਵਕਤ? ਇਹ ਤੁਸੀਂ ਕਿਸ ਤਰ੍ਹਾਂ ਵਿਰੋਧ ਕਰਦੇ ਹੋ? ਦੇਖੋ 25 ਸਾਲਾਂ ਤੋਂ ਪਿਛਲੇ 25 ਸਾਲਾਂ ਤੋਂ 2.5% ਆੜ੍ਹਤ ਸਾਨੂੰ ਮਿਲ ਰਹੀ ਹੈ, ਜਦੋਂ ਕਿ ਸਮੇਂ ਦੇ ਨਾਲ ਮਹਿੰਗਾਈ ਬਹੁਤ ਵਧੀ ਹੈ। ਸਾਡੀ ਆੜ੍ਹਤ 2.5 ਤੋਂ 3.5 ਹੋਣ ਦੀ ਬਜਾਏ 1% ਕਰ ਦਿੱਤੀ ਗਈ ਹੈ। ਅਸੀਂ ਇਸ ਨੂੰ ਟੋਟਲੀ ਟੌਪ ਤੌਰ 'ਤੇ ਕੰਡੈਮ ਕਰਦੇ ਹਾਂ, ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਅਸੀਂ 5 ਤਰੀਕ ਨੂੰ ਮਾਨਸਾ ਮੰਡੀ ਵਿਖੇ ਸਾਰੀ ਮੰਡੀ ਬੰਦ ਕਰਕੇ ਫਰੀਦਕੋਟ ਦੀ ਮਾਨਸਾ ਮੰਡੀ ਵਿਖੇ ਸੂਬਾ ਪੱਧਰ ਦੀ ਰੈਲੀ ਵਿਖੇ ਪਹੁੰਚਾਂਗੇ ਤੇ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰਾਂਗੇ। ਸਰਕਾਰ ਨੇ ਕੀ ਤਰਕ ਦਿੱਤਾ ਇਸ ਵਾਰ ਘਟਾਉਣ ਦਾ? ਕੋਈ ਤਰਕ ਨਹੀਂ ਹੈ ਜੀ ਉਹਨਾਂ ਦਾ, ਬੇਤਰਕ ਉਹਨਾਂ ਦਾ ਕੋਈ ਤਰਕ ਨਹੀਂ ਹੈ। ਇਸ ਦੇ ਉੱਤੇ ਸਾਡੀ ਗੱਲ ਦਾ ਜਵਾਬ ਹੀ ਨਹੀਂ ਦੇ ਸਕਦੇ ਹੋ। ਮੁੱਦਾ ਵਹੀਨ ਇਹ ਇਹਨਾਂ ਦਾ ਮੁੱਦਾ ਹੈ। ਆੜ੍ਹਤੀ ਵਰਗ ਨੂੰ ਤਬਾਹ ਕਰਨ ਵਾਸਤੇ ਆੜ੍ਹਤੀ ਨੂੰ ਇਹ ਪ੍ਰੋਸੈਸ ਕਿਵੇਂ ਦਾ ਰਹਿੰਦਾ ਸਾਰਾ? ਜੇ ਘਟਾਇਆ ਗਿਆ ਇਫੈਕਟ ਕਿਵੇਂ ਕਰੂਗਾ ਇਹ ਤੋਂ? ਦੇਖੋ ਇੱਕ ਆੜ੍ਹਤ ਦੇ ਨਾਲ 3-3 4-4 ਪਰਿਵਾਰ ਜੁੜੇ ਹੋਏ ਆ, ਉਹਨਾਂ ਦਾ ਮਜ਼ਦੂਰ, ਉਹਨਾਂ ਦਾ ਮਨੀਮ, ਉਹਨਾਂ ਦਾ ਅਸਿਸਟੈਂਟ ਜਿਹਨੂੰ ਅਸੀਂ ਮੈਨੇਜਰ ਕਹਿੰਦੇ ਆ ਜਾਂ ਅਕਾਊਂਟੈਂਟ ਕਹਿੰਦੇ ਆ, ਉਹ 4 ਪਰਿਵਾਰਾਂ ਦੇ ਉੱਤੇ ਸਿੱਧੀ ਤੌਰ 'ਤੇ ਹਮਲਾ ਹੈ। ਜਦੋਂ ਇੱਕ ਆੜ੍ਹਤੀ ਨੂੰ 2.5% ਦਾਮੀ ਮਿਲਦੀ, ਜਦੋਂ ਉਸ ਦਾ 1% ਰਹਿ ਜਾਂਦਾ ਹੈ ਤਾਂ 50% ਤੋਂ ਵੀ ਉਹਦੀ ਜਿਹੜੀ ਆਮਦਨ ਹੈ ਘੱਟ ਜਾਂਦੀ, ਜਦੋਂ ਕਿ ਮਹਿੰਗਾਈ ਦੀ ਦਰ ਬਹੁਤ ਵਧੀ। ਸਰਕਾਰ ਨੇ ਕਿਸਾਨਾਂ ਦਾ ਫਾਇਦਾ ਕੀਤਾ ਸੀ, ਕਿਸਾਨਾਂ ਦਾ ਕੀ ਬੈਨੀਫਿਟ? ਸਰਕਾਰ ਨੂੰ ਤਾਂ ਕਿਸਾਨ ਨੂੰ ਤਾਂ ਉਨੇ ਹੀ ਪੈਸੇ ਮਿਲਣੇ ਜਿੰਨੇ ਹੁਣ ਮਿਲਣੇ ਆ ਜੀ। ਜੇ 10,000 ਦੀ ਉਹਦੀ ਵਿਕਦੀ ਹੈ, ਢੇਰੀ ਵਿਕਦੀ ਹੈ, ਤਾਂ ਉਹਨੂੰ 10,000 ਹੀ ਮਿਲਣਾ ਹੈ। ਕਿਸਾਨ ਦੇ ਖਾਤੇ ਕੁਝ ਨਹੀਂ ਜਾਣਾ, ਕਿਸਾਨ ਦੇ ਖਾਤੇ 10,000 ਰੁਪਏ ਹੀ ਜਾਣਾ। ਸ਼ਾਬਾ ਜੀ 5 ਤਰੀਕ ਦਾ ਮਾਨਸਾ ਦੇ ਵਿੱਚ ਹੀ ਕਿਉਂ ਤੁਸੀਂ ਇਹ ਜਿਹੜਾ ਆਪਦਾ ਪ੍ਰੋਟੈਸਟ ਰੱਖਿਆ? ਦੇਖੋ ਇਹ ਮਾਨਸਾ ਮੰਡੀ ਇਸ ਕਰਕੇ ਚੁਣੀ ਗਈ ਕਿਉਂਕਿ ਉਹ ਕਾਟਨ ਬੈਲਟ ਹੈ, ਧੁਰਾ ਹੈ ਕਾਟਨ ਬੈਲਟ ਦਾ। ਸਾਰੀਆਂ ਮੰਡੀਆਂ ਬਠਿੰਡਾ ਤੋਂ ਜਿਹੜੀ ਔਨਵਰਡਸ ਮੰਡੀਆਂ ਹੈ ਉਹ ਸਾਨੂੰ ਮਾਨਸਾ ਮੰਡੀ, ਉਹ ਸਾਨੂੰ ਉੱਥੇ ਸੈਂਟਰ ਪੁਆਇੰਟ ਪੈਂਦਾ ਸੀ, ਇਸ ਕਰਕੇ ਮਾਨਸਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ। ਤਾਂ ਮਾਨਸਾ ਦੇ ਵਿੱਚ ਇਤਿਹਾਸਿਕ ਇਕੱਠ ਹੋਵੇਗਾ, ਇਤਿਹਾਸਿਕ ਇਕੱਠ ਹੋਵੇਗਾ। ਤਾਂ ਸਰਕਾਰ ਨੂੰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿਸਾਨ ਦਾ ATM ਹੁੰਦਾ ਆੜ੍ਹਤੀਆ, ਕਿਸੇ ਵੇਲੇ ਵੀ ਉਸ ਤੋਂ ਉਸਦੀ ਜ਼ਰੂਰਤ ਪੂਰੀ ਕਰਦਾ ਹੈ, ਪਰ ਅੱਜ ਉਹ ਆਪਦੇ ਫੈਸਲਿਆਂ ਤੋਂ ਪਿੱਛੇ ਹਟ ਬੈਕ ਫੁੱਟ 'ਤੇ ਆ ਰਹੇ ਨੇ।
ਅਸੀਂ ਉਹਨਾਂ ਨੂੰ ਅਪੀਲ ਹੈ ਕਿ ਆਪ ਦੀ ਉਸ ਜਿਹੜਾ ਬਿਆਨ ਹੈ ਉਸ 'ਤੇ ਕਾਇਮ ਰਹਿਣ ਅਤੇ ਸਾਡੀ ਜਿਹੜੀ ਆੜਤ ਹੈ ਉਹ 2.5% ਹੀ ਰੱਖਣ। ਤੁਹਾਡਾ ਸਵਾਲ ਬੜਾ ਵਾਜਬ ਹੈ ਰਮਾਣਾ ਸਾਹਿਬ। ਮੂੰਗੀ ਦੇ ਉੱਤੇ ਸਰਕਾਰ ਨੇ ਕਿਹਾ ਸੀ ਵੀ ਸਾਰੀ ਦੀ ਸਾਰੀ ਮੂੰਗੀ ਸਰਕਾਰ ਖਰੀਦੇਗੀ, ਕੋਆਪਰੇਟਿਵ ਅਦਾਰੇ ਦੁਆਰਾ ਖਰੀਦੇਗੀ, ਮਾਰਕਫੈੱਡ ਦੁਆਰਾ ਖਰੀਦੇਗੀ, ਜਦ ਕਿ ਹਕੀਕਤ ਦੇ ਵਿੱਚ 1% ਸਿਰਫ ਸਾਰੀ ਕੁੱਲ ਖਰੀਦ ਦੇ ਵਿੱਚੋਂ 1% ਮੂੰਗੀ ਕੋਆਪਰੇਟਿਵ ਅਦਾਰੇ ਵੱਲੋਂ ਖਰੀਦੀ ਗਈ। 99% ਜਿਹੜੀ ਇਹ ਮੂੰਗੀ ਹੈ ਉਹ ਪ੍ਰਾਈਵੇਟ ਜਿਹੜੇ ਪਲੇਅਰਸ ਵੱਲੋਂ ਖਰੀਦੀ ਗਈ ਹੈ। ਸੋ ਉਹੀ ਸਵਾਲ ਫਿਰ ਅੱਗੇ ਆਉਂਦਾ ਹੈ ਵੀ ਇਹ ਸਰਕਾਰ ਸਾਨੂੰ ਟੈਸਟ ਕਰਦੀ ਹੈ, ਸਮੇਂ-ਸਮੇਂ 'ਤੇ ਟੈਸਟ ਕਰਦੀ ਹੈ ਵੀ ਇਹ ਕਿੱਥੇ ਜੇ ਖੜੇ ਆ, ਜੇ ਕਿਤੇ ਕਮਜ਼ੋਰ ਤਾਂ ਨਹੀਂ ਹੋ ਗਏ ਤੇ ਇਹਨਾਂ ਦੀ ਸੱਟ ਮਾਰੀ ਜਾਵੇ। ਉਹ ਬੇਸਿਕਲੀ ਸਾਡੀ ਇੱਥੋਂ ਮੂੰਗੀ ਤੋਂ ਕਰਕੇ ਹੁਣ ਨਰਮੇ 'ਤੇ ਕਰਕੇ ਅੱਗੇ ਕਣਕ ਝੋਨੇ ਦੀ ਜਿਹੜੀ ਸਾਡੀ ਦਾਮੀ ਹੈ ਉਹ ਖਤਮ ਕਰਨੀ ਚਾਹੁੰਦੀ ਹੈ, ਸਾਨੂੰ ਇਸ ਗੇਮ ਦੇ ਵਿੱਚੋਂ ਬਾਹਰ ਕਰਨਾ ਚਾਹੁੰਦੀ ਹੈ। ਇਹ ਜਿਹੜਾ ਕਿਸਾਨ ਅਤੇ ਮਜ਼ਦੂਰ ਦਾ ਪਵਿੱਤਰ ਰਿਸ਼ਤਾ ਖਤਮ ਕਰਨਾ ਚਾਹੁੰਦੀ ਹੈ, ਇਹ ਕਿਸਾਨ ਅਤੇ ਆੜ੍ਹਤੀ ਦਾ ਪਵਿੱਤਰ ਰਿਸ਼ਤਾ ਖਤਮ ਕਰਨਾ ਚਾਹੁੰਦੀ। ਕਿਸਾਨ ਦਾ ਕੋਈ ਫਾਇਦਾ ਨਹੀਂ ਹੋਣਾ। ਅਗਰ ਕਿਸਾਨ ਨੂੰ 10,000 ਰੁਪਏ ਕੁਇੰਟਲ ਨਰਮੇ ਦੀ ਪ੍ਰਤੀ ਕੁਇੰਟਲ ਮਿਲਣਾ ਤਾਂ ਹੁਣ ਜਿਹੜੀ ਦਾਮੀ ਘਟਾ ਕੇ ਵੀ 10,000 ਰੁਪਏ ਪ੍ਰਤੀ ਕੁਇੰਟਲ ਹੀ ਮਿਲਣਾ, ਨਾ ਕਿ ਉਸ ਦਾ ਕੋਈ ਫਾਇਦਾ ਹੋਣਾ। ਉਹਨੂੰ ਕੋਈ 11,000 ਰੁਪਏ ਕੁਇੰਟਲ ਨਹੀਂ ਮਿਲ ਜਾਣਾ, ਉਹ 10,000 ਰੁਪਏ ਕੁਇੰਟਲ ਹੀ ਰਹਿਣਾ। ਇਹ ਪੈਸਾ ਜਿਹੜਾ ਕਿਸੇ ਕੋਲ ਨਹੀਂ ਜਾਣਾ। ਇਹ ਸਰਕਾਰ ਨੇ ਇੱਕ ਸਕੀਮ ਪਿੱਛੇ ਜਿਹੇ ਲਿਆਂਦੀ ਸੀ, 4% ਤੋਂ 6% ਆਪਦੀ ਮਾਰਕੀਟ ਫੀਸ ਤੇ RDF ਕੀਤੀ ਸੀ। ਫਿਰ ਉਹਨਾਂ ਨੂੰ ਆਪਦੇ ਬੈਕਫੁੱਟ 'ਤੇ ਆਉਣਾ ਪਿਆ, ਉਹੀ 2% ਮਾਰਕੀਟ ਫੀਸ 2% RDF 'ਤੇ ਉਹਨਾਂ ਨੂੰ ਫਿਰ ਆਪਦਾ ਫਿਕਸ ਕਰਨਾ ਪਿਆ। ਮੋਗਾ 'ਚ ਬੱਚਿਆਂ ਨੇ ਸਕੂਲ ਲਈ ਮੋਰਚਾ ਖੋਲ੍ਹਿਆ ਹੈ। ਮੋਗਾ ਦੀ ਸਾਦਾ ਵਾਲੀ ਬਸਤੀ 'ਚ ਬੱਚੇ ਸਕੂਲ ਦੇ ਬਾਹਰ ਧਰਨੇ ਤੇ ਬੈਠੇ ਨੇ। ਜਾਣਕਾਰੀ ਮੁਤਾਬਕ ਬੱਚੇ ਸਕੂਲ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। ਸਰਕਾਰੀ ਸਕੂਲ ਨਿੱਜੀ ਜ਼ਮੀਨ ਤੇ ਬਣਿਆ ਹੋਇਆ ਸੀ। ਅਦਾਲਤ ਦੇ ਆਦੇਸ਼ ਤੇ ਸਕੂਲ ਦੀ ਜ਼ਮੀਨ ਛੁਡਵਾਈ ਗਈ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਾਲਕਾਂ ਨੂੰ ਕਬਜ਼ਾ ਮਿਲਿਆ ਸੀ। ਕੱਲ੍ਹ ਜਦੋਂ ਸਕੂਲ ਨੂੰ ਛੁੱਟੀ ਹੋਈ ਤਾਂ ਜ਼ਮੀਨ ਦੇ ਮਾਲਕ ਆ ਗਏ ਸਨ ਤਾਂ ਸਕੂਲ ਦੇ ਅੰਦਰ ਬੈਠੇ ਮਾਸਟਰਾਂ ਨੂੰ ਬਾਹਰ ਕੱਢ ਕੇ ਸਕੂਲ ਨੂੰ ਤਾਲਾ ਜੜ ਦਿੱਤਾ। ਇਹ ਸਕੂਲ 6ਵੀਂ ਤੋਂ 8ਵੀਂ ਤੱਕ ਹੈ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਅੱਜ ਮਾਪਿਆਂ ਨੂੰ ਮਿਲਣੀ ਲਈ ਬੁਲਾਇਆ ਗਿਆ ਸੀ। ਮਿਡਲ ਸਕੂਲ ਸਾਦਾ ਵਾਲੀ ਬਸਤੀ। ਮੈਮ ਅੱਜ ਕੀ ਕਾਰਨ ਹੈ ਬੱਚੇ ਬਾਹਰ ਬੈਠੇ, ਸਕੂਲ ਨੂੰ ਲੋਕ ਲੱਗਿਆ ਹੋਇਆ, ਕੀ ਕਾਰਨ ਕੀ ਹੋਇਆ ਜਿਹੜੇ ਬੱਚੇ ਜੀ ਬਾਹਰ ਬੈਠੇ? ਬੱਚੇ ਜੀ ਕੱਲ ਪੌਣੇ 2 ਵਜੇ ਇੱਕ ਟੀਮ ਆਈ ਸੀ, ਹਾਈ ਅਥਾਰਟੀਜ਼ ਜਿਹੜੇ ਵੀ ਆਫੀਸਰਸ ਹੋਣਗੇ, ਉਹਨਾਂ ਨੇ ਆ ਕੇ ਕਿਹਾ ਕਿ ਇਸ ਜਗ੍ਹਾ ਦਾ ਅਸੀਂ ਕਬਜ਼ਾ ਲੈਣਾ, ਕਿ ਇਸ ਜਗ੍ਹਾ ਨੂੰ ਅਸੀਂ ਲੋਕ ਕਰਨਾ। ਸਾਡੇ ਕੋਲ ਹਾਈ ਕੋਰਟ ਦੇ ਜਾਂ ਕੋਰਟ ਦੇ ਆਰਡਰ ਹੈ ਤੇ ਉਹ ਆਰਡਰਸ ਲੈ ਕੇ ਆਏ ਸੀ ਕਿ ਬਸ ਉਸ ਬੇਸ ਤੇ ਉਹ ਲੋਕ ਕਰਕੇ ਚਲੇ ਗਏ ਕਿ ਅਸੀਂ ਉਹ ਆਰਡਰਸ ਫੋਲੋ ਕਰਦੇ ਹਾਂ। ਨਹੀਂ, ਇਹਦੇ ਬਾਰੇ ਕਿਸੇ ਨੂੰ ਪਹਿਲਾਂ ਇਤਲਾਹ ਨਹੀਂ ਕੀਤਾ ਗਿਆ, ਸਕੂਲ ਨੂੰ ਜਾਂ ਕਿਸੇ ਪ੍ਰਸ਼ਾਸਨ ਨੂੰ ਇਤਲਾਹ ਨਹੀਂ ਕੀਤਾ ਗਿਆ? ਨਹੀਂ ਕੀਤੀ ਗਈ ਹੈ। ਭਵਿੱਖ ਨਾਲ ਖੇਡਿਆ ਜਾ ਰਿਹਾ ਨਹੀਂ, ਇੱਦਾਂ 10 ਦਿਨ ਪਹਿਲਾਂ ਜ਼ਰੂਰ ਇਹ ਇਨਫੋਰਮੇਸ਼ਨ ਦਿੱਤੀ ਗਈ ਸੀ ਕਿਉਂਕਿ ਸਾਨੂੰ ਪੂਰੀ ਹਿਸਟਰੀ ਦਾ ਤਾਂ ਸਾਨੂੰ ਖੁਦ ਨਹੀਂ ਪਤਾ ਸੀਗਾ ਕਿ ਇੱਥੇ ਕੀ ਚੱਲ ਰਿਹਾ। ਹੁਣ ਜਿੱਦਾਂ ਇਹਨਾਂ 10 ਦਿਨਾਂ 'ਚ, ਕਿਉਂਕਿ ਪਹਿਲਾਂ ਵੀ ਇਹ ਕਬਜ਼ਾ ਲੈਣ ਆਏ ਸੀ, ਉਦੋਂ ਵੀ ਅਸੀਂ ਇਹੀ ਕਿਹਾ ਸੀਗਾ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ, ਕਿ ਸਾਨੂੰ ਥੋੜਾ ਟਾਈਮ ਦਿਓ। ਹੈ ਕਿ ਮਾਮਲਾ ਕੀ ਹੈ, ਕਿਸ ਤਰ੍ਹਾਂ ਮਾਮਲਾ ਜੋ ਇਹਨਾਂ ਦੇ ਦੱਸਣ ਦੇ ਮੁਤਾਬਿਕ ਹੈ ਮਹੱਲੇ ਵਾਲਿਆਂ ਦੇ, ਕਿ ਇਹ ਜਗ੍ਹਾ ਸ਼ੁਰੂ ਤੋਂ ਮੰਦਿਰ ਤੇ ਗੁਰਦੁਆਰਾ ਬਣਿਆ ਹੋਇਆ ਸੀਗਾ ਤੇ ਜਿਹੜੀ ਆਹ ਜਗ੍ਹਾ ਸੀ ਉਹ ਕਹਿੰਦੇ ਕਿ ਮੇਰੀ ਹੈ, ਜਿਨ੍ਹਾਂ ਨੇ ਵੀ ਕੇਸ ਕੀਤਾ ਹੋਊਗਾ। ਆਈ ਡੋਂਟ ਨੋ ਕਿ ਉਹ ਕੌਣ ਹੈ। ਕੇਸ ਜਿੱਤ ਗਏ ਜੀ? ਹਾਂਜੀ। ਤੇ ਹੁਣ ਮੈਮ ਕਲਾਸਾਂ ਕਿੱਥੇ ਬਾਹਰ ਲੱਗ ਰਹੀਆਂ ਬੱਚਿਆਂ ਦੀ, ਕੀ ਕਹਿ ਰਹੇ? ਫਿਲਹਾਲ ਤਾਂ ਜੀ ਅੱਜ ਪਹਿਲਾ ਦਿਨ ਹੈ। ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਦੀਆਂ ਕਲਾਸਿਸ ਕਿੱਥੇ ਲਗਾਉਣ, ਕਿਉਂਕਿ ਇੱਦਾਂ ਤਾਂ ਪੋਸੀਬਲ ਨਹੀਂ ਹੈਗਾ, ਬੱਚਿਆਂ ਦੀ ਸਟੱਡੀ ਬਹੁਤ ਖਰਾਬ ਹੋਊਗੀ। ਪੰਜਾਬ ਸਰਕਾਰ ਵੱਲੋਂ ਅੱਜ ਪੇਰੈਂਟਸ ਮੀਟ ਵੀ ਰੱਖੀ ਗਈ ਸੀ। ਬਿਲਕੁਲ ਜੀ, ਬਿਲਕੁਲ। ਹਾਂਜੀ। ਅਸੀਂ ਮੀਟਿੰਗ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੇ ਗੁਰਦੁਆਰੇ ਲਈ ਤਾਂ ਮੀਟਿੰਗਸ ਹੋਣਗੀਆਂ, ਉਹਨਾਂ ਦੇ ਜੋ ਵੀ ਹੈੱਡ ਹੁੰਦੇ ਆ ਉਹ ਕਹਿੰਦੇ ਕਿ ਅਸੀਂ ਗੱਲ ਕਰਕੇ ਤੁਹਾਨੂੰ ਦੱਸਾਂਗੇ। ਤੇ ਅਸੀਂ ਫਿਲਹਾਲ ਪ੍ਰਾਇਮਰੀ ਸਕੂਲ 'ਚ ਅਰੇਂਜ ਕੀਤਾ ਬੱਚਿਆਂ ਦਾ, ਅਸੀਂ ਬੱਚਿਆਂ ਨੂੰ PTM ਲਈ ਉੱਥੇ ਲੈ ਕੇ ਜਾ ਰਹੇ ਹਾਂ। ਲੱਗਦਾ ਨਹੀਂ ਇਸ ਤਰ੍ਹਾਂ ਬੱਚਿਆਂ ਦਾ ਭਵਿੱਖ ਖਰਾਬ ਹੋਏਗਾ, ਜਿਸ ਤਰ੍ਹਾਂ ਬੱਚੇ ਸੜਕਾਂ ਤੇ ਬੈਠੇ ਹੈਗੇ ਆ, ਸਕੂਲ ਨੂੰ ਵੀ ਲੋਕ ਲੱਗ ਚੁੱਕਿਆ ਹੈਗਾ। ਅੱਜ ਪੂਰੇ ਪੰਜਾਬ ਦੇ ਵਿੱਚ ਪੇਰੈਂਟਸ ਮੀਟਿੰਗ ਵੀ ਰੱਖੀ ਗਈ ਸੀ। ਬਿਲਕੁਲ ਜੀ, ਬਿਲਕੁਲ ਰੱਖੀ ਗਈ ਹੈ। ਹਾਂਜੀ, ਮੀਟਿੰਗ ਤਾਂ ਅਸੀਂ ਕਰਾਂਗੇ, ਜ਼ਰੂਰ ਕਰਾਂਗੇ। ਉਹ ਪ੍ਰਾਇਮਰੀ ਸਕੂਲ 'ਚ ਅਰੇਂਜ ਕਰ ਚੁੱਕੇ ਆ, ਪਰ ਨੈਕਸਟ ਕੀ ਸਟੈਪ ਹੈ ਇਹ ਤਾਂ ਹੁਣ ਹਾਈ ਅਥਾਰਟੀਜ਼ ਹੀ ਸਾਨੂੰ ਦੱਸ ਸਕਦੀਆਂ ਨਾ। ਇਹ ਸਨ ਅੱਜ ਦੀਆਂ ਤਾਜ਼ਾ ਖਬਰਾਂ। ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਅਹਿਮ ਖਬਰਾਂ ਦੇ ਨਾਲ। ਤੇ ਹੁਣ ਲਈ ਦੋਸਤਾਂ ਨੂੰ ਇਜਾਜ਼ਤ। ਦੇਖਦੇ ਰਹੋ ਅਜੀਤ ਵੈਬ TV।